जी का खालसा वाहिगुरु जी की फतेह जी। आप सारी संगत ਦਾ ਅੱਜ ਦੇ ਇਸ ਪਰਸਨੈਲਿਟੀ ਡਿਵੈਲਪਮੈਂਟ ਕੈਂਪ ਦੇ ਵਿੱਚ ਸਵਾਗਤ ਹੈ ਜੀ। ਸੋ ਆਓ ਜੀ, ਅੱਜ ਦੀ ਆਪਾਂ ਕੈਂਪ ਦੀ ਸਟਾਰਟਿੰਗ ਜਾਪ ਦੀ ਸੇਵਾ ਤੋਂ ਕਰਾਂਗੇ। ਅੱਜ ਦੀ ਜਾਪ ਸੇਵਾ ਲੈਣਗੇ ਈਪੀਪੀ ਨੰਬਰ 16609 ਜਪਨੀਤ ਕੌਰ ਜੀ। ਅਗਰ ਉਹ ਜੁੜ ਚੁੱਕੇ ਨੇ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰਨ ਜੀ। ਜਪਨੀਤ ਕੌਰ, ਹਾਂਜੀ ਵਾਹਿਗੁਰੂ ਜੀ, ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਹੁਣ ਕੀਰਤਨ ਦੀ ਸੇਵਾ ਲੈਣਗੇ ਜੀ ਰਾਜਵਿੰਦਰ ਕੌਰ ਜੀ, ਈਪੀਪੀ ਨੰਬਰ 15403। ਅਗਰ ਉਹ ਜੁੜ ਚੁੱਕੇ ਨੇ ਤਾਂ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰ ਲੈਣ ਜੀ। ਰਾਜਵਿੰਦਰ ਕੌਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਹੁਣ ਆਪਣੇ ਨੈਕਸਟ ਆਪਾਂ ਸੈਸ਼ਨ ਦੀ ਸਟਾਰਟਿੰਗ ਕਰਦੇ ਹਾਂ ਜੀ। ਅੱਜ ਦਾ ਸੈਸ਼ਨ ਲੈਣਗੇ ਜੀ ਸ਼ਵੇਤਾ ਮਿਗਲਾਨੀ ਜੀ, ਜਿਨ੍ਹਾਂ ਦਾ ਟੌਪਿਕ ਹੈ ਕਰੀਅਰ ਗਾਈਡੈਂਸ, ਜੋ ਕਿ ਸਾਨੂੰ ਬਹੁਤ ਹੈਲਪਫੁਲ ਹੋਏਗਾ ਆਈ ਥਿੰਕ। ਸੋ ਸਾਰਿਆਂ ਨੇ ਪੂਰੇ ਧਿਆਨ ਦੇ ਨਾਲ ਜਿਹੜੇ ਸੈਸ਼ਨ ਨੂੰ ਸੁਣਨਾ ਹੈ, ਤੇ ਜੋ ਮੈਮ ਕੁਐਸਚਨ ਵਗੈਰਾ ਕਰਨਗੇ ਉਹ ਸਾਰਿਆਂ ਨੇ ਆਨਸਰ ਦੇਣੇ ਆ ਜੀ। ਤੇ ਹੁਣ ਅਸੀਂ ਮੈਮ ਨੂੰ ਰਿਕੁਐਸਟ ਕਰਦੇ ਆ, ਅਗਰ ਉਹ ਜੁੜ ਚੁੱਕੇ ਨੇ ਤਾਂ ਪਲੀਜ਼ ਆਪਣਾ ਹੈਂਡ ਰੇਜ਼ ਕਰਨ ਤੇ ਆਪਣਾ ਸੈਸ਼ਨ ਜਿਹੜਾ ਹੈਗਾ ਸਟਾਰਟ ਕਰਨ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਆ। ਉਮੀਦ ਆ ਕਿ ਤੁਹਾਡੀ ਕਿਸੇ ਜੇ ਮੈਂ ਮਦਦ ਕਰ ਪਾऊं ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਰਹੂੰਗੀ। ਤੇ ਮੈਂ ਇੱਥੇ ਬਹੁਤ ਸਾਰੇ ਬੱਚੇ ਦੇਖ ਪਾ ਰਹੀ ਹਾਂ ਤੇ ਤੁਹਾਡੇ ਸਾਰਿਆਂ ਨੂੰ, ਤੁਹਾਡੇ ਸਾਰਿਆਂ ਦਾ ਜੋਸ਼ ਦੇਖ ਕੇ, ਤੁਹਾਡੇ ਸਾਰਿਆਂ ਦਾ ਧਿਆਨ ਦੇਖ ਕੇ ਮੈਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਕਿ ਮੈਂ ਤੁਹਾਡੇ ਸਾਰਿਆਂ ਨਾਲ ਜੁੜ ਪਾ ਰਹੀ ਹਾਂ ਅੱਜ। ਤੇ ਆਪਾਂ ਹੁਣ ਗੱਲ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਨਾਲ ਆਪਣੇ ਕੈਰੀਅਰ ਨੂੰ ਵਧੀਆ ਬਣਾ ਸਕਦੇ ਹਾਂ। ਠੀਕ ਹੈ ਜੀ। ਮੈਨੂੰ ਥੋੜਾ ਜਿਹਾ ਤੁਸੀਂ ਆਪਣੇ ਬਾਰੇ ਦੱਸੋ। ਤੁਸੀਂ ਚਾਹੇ ਚੈਟ ਬਾਕਸ ਵਿੱਚ ਪਾਓ, ਤੁਸੀਂ ਸਾਰੇ ਕਿਹੜੀ ਕਲਾਸ ਚੋਂ, ਕਿੰਨੀ ਤੁਹਾਡੀ ਉਮਰ ਹੈ, ਤੁਸੀਂ ਕੀ ਚਾਹੁੰਦੇ ਹੋ, ਕੀ ਬਣਨਾ ਚਾਹੁੰਦੇ ਹੋ ਕੱਲ ਨੂੰ, ਮੈਨੂੰ ਥੋੜਾ ਜਿਹਾ ਤੁਸੀਂ ਦੱਸੋ, ਫਿਰ ਮੈਂ ਉਸੇ ਬਾਰੇ ਗੱਲ ਕਰਾਂ। ਲਿਖ ਕੇ ਦੱਸੋ ਮੈਨੂੰ। ਮੈਨੂੰ ਬਹੁਤ ਛੋਟੇ ਛੋਟੇ ਬੱਚੇ ਵੀ ਦਿਖਾਈ ਦੇ ਰਹੇ ਹੈ, ਮੈਨੂੰ ਵੱਡੇ ਵੱਡੇ ਬੱਚੇ ਵੀ ਦਿਖਾਈ ਦੇ ਰਹੇ। ਮੈਨੂੰ ਥੋੜਾ ਜਿਹਾ ਦੱਸੋ ਤੁਸੀਂ ਆਪਣੇ ਬਾਰੇ ਸਾਰੇ। ਤੁਸੀਂ ਕਲਾਸ 7 ਚੋਂ, ਕੋਈ BA ਵਿੱਚ ਵੀ ਹੈ, ਠੀਕ ਹੈ, ਓਕੇ, ਕਲਾਸ 10th, ਠੀਕ ਹੈ, ਕਲਾਸ ਕਾਮਰਸ, ਓਕੇ ਓਕੇ, ਠੀਕ ਹੈ ਜੀ। ਮੈਨੂੰ ਇੱਕ ਅੰਦਾਜ਼ਾ ਹੋ ਗਿਆ। ਸੋ ਸਾਡੇ ਕੋਲ ਕਲਾਸ 2 ਦਾ ਵੀ ਬੱਚਾ ਹੈ ਤੇ ਲਾਇਰ ਵੀ ਹੈਗੇ ਹੈ, ਕਰੀਅਰ ਅੱਛਾ, ਕਿਸੇ ਦਾ ਕਰੀਅਰ ਕੋਈ ਲਾਅ ਕਰਨਾ ਚਾਹੁੰਦਾ ਹੈ, ਇੰਜੀਨੀਅਰਿੰਗ ਪਾਸ ਆਊਟ, ਠੀਕ ਹੈ, IAS ਆਫਿਸਰ, ਗੁੱਡ ਗੁੱਡ। ठीक है जी। जज, डॉक्टर, टीचर, पॉलिटिक्स, IPS ऑफिसर, गुड गुड। चलो, सो इत्थे हर तरह का एक बच्चा बैठा है जो डॉक्टर भी बनना चाहता है, लॉयर भी बनना चाहता है, टीचर भी बनना चाहता है, IPS ऑफिसर भी बनना चाहता है, बहुत कुछ करना चाहता है। सो साडे कोल बहुत छोटे तो छोटा बच्चा भी है, आई थिंक दूजी क्लास का भी बच्चा है, +2 का भी है, 10th भी है। सो मैं अपनी तरफ तो पूरी कोशिश करांगी कि तुहानू सारिਆਂ ਨੂੰ मैं कोई राह दिखा पावां। ठीक है। अच्छा, पहले मैंने दसो तुहानू मेरी भाषा समझ आ रही है, लैंग्वेज सारिਆਂ ਨੂੰ समझ आ रही है मेरी? हाँ जी, समझ आ रही है, ठीक है। चलो, जिहड़ी करियर दी प्लानिंग होंदी है, तुहानू पता है सारिਆਂ ਨੂੰ ਕਿਹੜੀ क्लास शुरू हो जाती है? ठीक है जी, मैनू अंदाजा हो गया। कोई बिजनेसमैन भी बनना चाहता है, गुड गुड, ओके। चलो दसो मैनू, तुहानू पता है कि क्लास, हाँ जी, आफ्टर 9th, ठीक है जी। हाँ जी, देखो जिहड़ी करियर प्लानिंग है ना बेटा जी, वो ना साडी क्लास 9th तो बाद शुरू हो जानी चाहिए है, ठीक है। पर असी ये नहीं कहते कि असी उस तो पहले कुछ नहीं करना। जेड़े बच्चे तक क्लास 10th, जेड़े बच्चे क्लास 9th तो नीचे नीचे है, ठीक है, वो मैनू उम्मीद है कि तुसी ध्यान नाल पढ़ रहे होगे, डिफरेंट सब्जेक्ट्स पढ़ रहे होगे। लेकिन तुहानू मैं भी दसना चाहूंगी कि पढ़न दे इलावा तुसी होर भी बहुत सारी चीज़ां विच ध्यान दो। जिवें तुसी खेलन विच भी अपना ध्यान लगा सकते हो, तुसी ड्राइंग पेंटिंग विच भी अपना ध्यान लगा सकते हो, है ना। तुसी इवन सिंगिंग, इत्थे किन्ने सिंगर बैठे हैं? आई वांट टू बिकम अ डॉक्टर, ओके जी, MC, ओके। हाँ जी, कोई इत्थे सिंगर भी है? अपने अपने हाथ, रेज योर हैंड्स प्लीज। सिंगर, ओके, गुरनूर कौर, गुड। गुरनूर, तुहाडी की एज है बेटा? ओके, की नाम है बच्चे तुहाडा? Vivo 1904। सिंगिंग इज माई हॉबी, फुटबॉल, ओके, गुड, बहुत अच्छी गल है। चलो, मैं यही कहना चाहती हूँ कि सरबजीत कौर, सुखमनप्रीत कौर, ओप्पो A16, गुड। खुशप्रीत, नाइस। ते जेड़े तो क्लास 8वीं तो नीचे नीचे बच्चे है या क्लास 9वीं तो नीचे नीचे बच्चे है, तुहानू पढ़ाई दे नाल नाल ये सारी चीज़ां विच भी बहुत ज्यादा ध्यान देना चाहिए है।
बिकॉज ਤੁਹਾਨੂੰ नहीं पता आजकल देखो सिंगर्स भी कितना अच्छा करियर बना रहे है ना। ईवन ਜਿਹੜੇ पेंटर्स है ਤੁਹਾਨੂੰ ਜੇ पता होए तो बहुत ਵਧੀਆ करियर बनता है। ਜਿਹੜਾ फुटबॉलर भी है, ਜਿਹੜਾ बहुत अच्छा फुटबॉल या कोई भी गेम खेलता है, वो भी बहुत अच्छे बच्चे अपना करियर बना रहे हैं। ठीक है, अच्छा ਮੈਨੂੰ ਇੱਕ ਇਹ ਵੀ ਗੱਲ ਦੱਸੋ, ਤੁਹਾਡੇ ਸਾਹਮਣੇ ਕਰੀਅਰ ਕੀ ਹੈਗਾ? ਕਰੀਅਰ ਕੀ ਹੁੰਦਾ, ਤੁਹਾਨੂੰ ਕੀ ਲੱਗਦਾ ਹੈ ਕਰੀਅਰ ਕੀ ਹੁੰਦਾ ਹੈ? ਆਪਾਂ ਕਰੀਅਰ ਕਿਸ ਚੀਜ਼ ਨੂੰ ਕਹਿੰਦੇ ਆ? ਫਿਊਚਰ, ਪੈਸਾ ਕਮਾਉਣ ਦਾ ਤਰੀਕਾ। ਜੀ ਬਿਲਕੁਲ ਵਧੀਆ ਜੀ। ਸਾਡੇ ਸਾਰਿਆਂ ਦੇ ਅਸੀਂ ਵੱਡੇ ਹੋ ਕੇ ਆਪਣੀ ਜ਼ਿੰਦਗੀ ਚੰਗੀ ਬਣਾਉਣ ਵਾਸਤੇ ਆਪਣਾ ਕਰੀਅਰ ਬਣਾਉਂਦੇ ਆ। ਠੀਕ ਹੈ, ਜ਼ਿੰਦਗੀ ਨੂੰ ਅੱਛਾ ਬਤੀਤ ਕਰਨ ਵਾਸਤੇ, ਤਾਂ ਕਿ ਅਸੀਂ ਸਾਰੀ ਜਗ੍ਹਾ ਪ੍ਰੋਪਰ ਆਪਣਾ ਧਿਆਨ ਦੇ ਪਾਈਏ, ਉਸ ਚੀਜ਼ ਨੂੰ ਅਸੀਂ ਕਰੀਅਰ ਬਣਾਉਂਦੇ ਆ, ਤਾਂ ਕਿ ਅਸੀਂ ਵੱਡੇ ਹੋ ਕੇ ਚੰਗਾ ਪੈਸਾ ਕਮਾ ਪਾਈਏ ਅਤੇ ਆਪਣੀ ਲਾਈਫ ਨੂੰ ਬਹੁਤ ਅੱਛੀ ਤਰ੍ਹਾਂ ਹੈ ਨਾ ਮੇਨਟੇਨ ਕਰ ਪਾਈਏ। ਉਸ ਚੀਜ਼ ਨੂੰ ਅਸੀਂ ਕਰੀਅਰ ਬਣਾਉਂਦੇ ਆ। कुछ लोग डॉक्टर बन के अपना करियर बनाते हैं, कुछ लोग इंजीनियर बन के अपना करियर बनाते हैं, कुछ लोग सिंगर बन के करियर बनाते हैं, कुछ लोग इवन पायलट बन के करियर बनाते हैं ना। बहुत तरह के आजकल तो ਜਿਹੜੇ लोग दूजिਆਂ ਨੂੰ हसा सकते हैं ਉਹਨਾਂ ਦਾ ਵੀ ਕਰੀਅਰ ਹੈ। ਦੇਖੇ ਕਦੀ ਏਦਾਂ ਦੇ ਲੋਕੀ ਹੈ ਨਾ, ਉਹਨਾਂ ਨੂੰ ਆਪਾਂ ਸਟੈਂਡ ਅਪ ਕਮੇਡੀਅਨ ਕਹਿੰਦੇ ਆ ਹੈ ਨਾ। ਜਿਨ੍ਹਾਂ ਨੂੰ ਕੰਪਿਊਟਰ ਬਹੁਤ ਚੰਗੀ ਤਰ੍ਹਾਂ ਚਲਾਉਣਾ ਆਉਂਦਾ ਹੈ, ਉਹ ਵੀ ਆਪਣਾ ਕਰੀਅਰ ਬਣਾ ਰਹੇ ਹੈ। जिन्हों का मैथ्स बहुत अच्छा है, उस भी करियर बन सकता है, राइट। तो आजकल कोई भी चीज ऐदा नहीं है कि इम्पॉसिबल है। पहले जमाने च हुंदा सी, साडे पुराने जमाने च हुंदा सी, लोकां कोल गिनती दियां 3-4 ऑप्शन हुंदी सी। या लोकी डॉक्टर बन जांदे सी, या लोकी इंजीनियर बन जांदे सी, या लोकी लॉयर बन जांदे सी, है ना। यही 3-4 साडे कोल ऑप्शन हुंदी सी। हुण तो बहुत सारी ऑप्शंस है। तुहानू पता है किहड़े-किहड़े नवे करियर्स आ चुके हैं? पता है तुहानू? दसो मैनू किहड़े-किहड़े नवे करियर्स दे नाम तुसी जानदे हो? AI, ओके। आर्टिफिशियल इंटेलिजेंस, सॉफ्टवेयर इंजीनियर, CA, ओके। पेंटर, यस। बायोटेक्नीशियन, गुड। एंटरप्रेन्योर, गुड। बिजनेस एनालिस्ट, गुड। आर्टिस्ट, बिजनेस टाइकून, IT प्रोफेशनल, ओके। पेंटर, गुड। प्लेयर, अर्निंग ऑन एप्स, क्रिप्टो करेंसी, बिटकॉइन, डाइटिशियन, वेरी गुड, वेरी गुड। ब्यूटी सैलून, साइकोलॉजिस्ट, टेलर, बिल्कुल। गटका जज, यस यस, बहुत वधिया गल है। ते ये जिहड़ी चीज है, असी कदों करियर बनाना शुरू करते हैं? 10वीं क्लास के बाद। तुहानू पता है ना, 10वीं क्लास के बाद तुसी अपने सब्जेक्ट्स चुनने होंदे हैं, जिन्हों असीं कहंदे हैं स्ट्रीम्स। तुहानू पता है ना, 4 तरह की स्ट्रीम्स होंदियां। किहड़ी होंदियां? मैडिकल, नॉन मैडिकल, कॉमर्स ते ह्यूमैनिटीज। ठीक है, जेडे लोग डॉक्टर वाल चलना चाहते हैं, डॉक्टर बनना चाहते हैं, या इस तो मिलता जुलता प्रोफेशन लेना चाहते हो, वो किहड़े स्ट्रीम लेंदे? मैडिकल। जेडे इंजीनियर्स असी सॉफ्टवेयर प्रोफेशनल्स कहने है ना, जेडे कार इंजीनियर्स होंदे हैं, जेडे इलैक्ट्रीशियंस होंदे हैं, रिपेयर होंदे हैं, जेडा टेक्निकल काम करते हो, किहड़ा फील्ड लेंदे? नॉन मैडिकल। ठीक है, जिवें तुसीं मैनूं कहा CA है ना, CA पैसे का लेन देन, पैसा संभालना, बैंक विच काम करना, ये किहड़े फील्ड नाल हुंदा है? कॉमर्स। ठीक है, और लेट्स से किसी ने UPSC का एग्जाम देना है, किसी ने लॉयर बनना है ना, या कोई भी अपनी चीज तुहाडे मन च कोई चाह है, लेट्स से सिंगर बनना है, स्टैंड अप कॉमेडियन बनना है, फिर तुसी किहड़ी स्ट्रीम ले सकते हो? ह्यूमैनिटीज। किसी ने पेंटर बनना है, वो किहड़ी स्ट्रीम ले सकते हैं? ह्यूमैनिटीज। ठीक है, समझ रहे हो? हुण मेरे कोल जो बच्चे आंदे हैं ना, वो कहंदे हैं कि मैडम सन ना बहुत ज्यादा कंफ्यूजन है, असी की करिए? असी मेडिकल लईए या अपने असी नॉन मेडिकल लईए, या कॉमर्स लईए, या लेट्स से ह्यूमैनिटीज लईए? ठीक है, हाँ जी। मेडिकल में किहड़े बच्चे ने कहनी है लैन वास्ते? जेड़ा बच्चा लोकां दी सेवा करना चाहता है किसी भी तरीके नाल, है ना, जेड़े बच्चे लोकां दे दुख दर्द बहुत चंगी तरह समझते हैं, और जेड़े बच्चे दर्द तो घबराते नहीं है, और जेड़े बच्चे बहुत ज्यादा पेशेंस रखते हैं। मैं बताती हूँ बेटा आर्ट्स में क्या होता है, उन बच्चों को मैं कहती हूँ। और जो बच्चे बहुत लंबे लंबे समय तक पढ़ सकते हैं, है ना, बहुत मोटी मोटी किताबां पढ़ सकते हैं, उन्होंने मैं कहनी हाँ तुसी PCB ले लो, मैडिकल ले लो। ठीक है, बिकॉज जैसी जदों असीं बायो की गल करते हैं, फिजिक्स की गल करते हैं, केमिस्ट्री की गल करते हैं, ਉਹਦੇ ਵਿੱਚ ਸਾਨੂੰ बहुत ज्यादा मेहनत करनी पैंदी है। ठीक है, फिर मैं ਉਹ ਬੱਚਿਆਂ ਨੂੰ ਕਹਿੰਦੀ ਆ ਕਿ ਤੁਸੀਂ ਕਿਹੜੇ ਸਬਜੈਕਟ ਪੜੋ? ਤੁਸੀਂ ਸਾਇੰਸ ਪੜੋ।
ठीक है ਤੁਸੀਂ PCB ਉਹਨੂੰ ਕਹਿੰਦੇ ਆ ਫਿਜ਼ਿਕਸ ਕੈਮਿਸਟਰੀ ਬਾਇਓ। ਜਿਹੜੇ ਬੱਚੇ ਟੈਕਨੀਕਲ ਹੈ, ਟੈਕਨੀਕਲ ਦਿਮਾਗ ਹੈ, ਉਹਨਾਂ ਨੂੰ ਲੈਟਸ ਸੇ ਕੋਈ ਵੀ ਮਸ਼ੀਨ ਦਾ ਪੁਰਜ਼ਾ ਤੋੜ ਫੋੜ ਕੇ ਨਵੀਂ ਮਸ਼ੀਨ ਬਣਾ ਲੈਂਦੇ ਹੈ, ਉਹਨਾਂ ਨੂੰ ਸਮਝ ਆਉਂਦੀ ਹੈ ਬਿਜਲੀ ਦੇ ਸਵਿਚ ਕਿਵੇਂ ਕੰਮ ਕਰਦੇ ਹੈ ਨਾ, ਏਦਾਂ ਦੇ ਬੱਚਿਆਂ ਨੂੰ ਮੈਂ ਕਹਿੰਦੀ ਆ ਤੁਹਾਡਾ ਟੈਕਨੀਕਲ ਮਾਈਂਡ ਹੈ, ਤੁਹਾਡਾ ਮਕੈਨੀਕਲ ਮਾਈਂਡ ਹੈ, ਤੁਸੀਂ ਨਾਨ ਮੈਡੀਕਲ ਲਓ। ਅਗੇਨ ਨਾਨ ਮੈਡੀਕਲ ਜਿਹੜੀ ਪੜ੍ਹਾਈ ਹੈ ਉਹ ਕਿਹੜੇ ਸਬਜੈਕਟਸ ਨਾਲ ਹੁੰਦੀ ਹੈ? ਫਿਜ਼ਿਕਸ ਕੈਮਿਸਟਰੀ ਮੈਥਸ। ਸੋ ਜਿਹੜਾ ਬੱਚਾ ਨਾਨ ਮੈਡੀਕਲ ਲੈਣਾ ਚਾਹੁੰਦਾ ਹੈ ਉਹਦਾ ਮੈਥਸ ਵੀ ਬਹੁਤ ਅੱਛਾ ਹੋਣਾ ਚਾਹੀਦਾ ਹੈ। ਕਿੰਨੇ ਲੋਕਾਂ ਦਾ ਮੈਥਸ ਇੱਥੇ ਬਹੁਤ ਅੱਛਾ ਹੈ? ਕਿੰਨੇ ਲੋਕਾਂ ਦਾ ਮੈਥਸ ਇੱਥੇ ਬਹੁਤ ਅੱਛਾ ਹੈ? ਆਪਣਾ ਆਪਣਾ ਹੱਥ ਖੜਾ ਕਰੋ, ਦੱਸੋ ਕਿਹੜੇ ਕਿਹੜੇ ਬੱਚੇ ਨੂੰ ਮੈਥਸ ਬਹੁਤ ਚੰਗਾ ਲੱਗਦਾ ਹੈ? ਗੁੱਡ, ਬਹੁਤ ਸਾਰੇ ਬੱਚੇ ਇੱਥੇ ਤਾਂ। ਨਾਈਸ, ਗੁੱਡ। ਸੋ ਜਿਹੜੇ ਬੱਚਿਆਂ ਨੂੰ ਮੈਥਸ ਤੇ ਫਿਜ਼ਿਕਸ ਸਮਝ ਆਉਂਦੀ ਹੈ, ਮਸ਼ੀਨਰੀ ਸਮਝ ਆਉਂਦੀ ਹੈ ਨਾ, ਉਹ ਬੱਚੇ ਨਾਨ ਮੈਡੀਕਲ ਲੈਣ, ਠੀਕ ਹੈ। ਔਰ ਜਿਹੜੇ ਬੱਚਿਆਂ ਨੂੰ ਪੈਸੇ ਦੀ ਸਮਝ ਆਉਂਦੀ ਹੈ, ਜਿਹੜੇ ਬੱਚੇ ਪੈਸਿਆਂ ਦਾ ਹਿਸਾਬ ਕਿਤਾਬ ਸੰਭਾਲ ਵਧੀਆ ਕਰ ਲੈਂਦੇ ਆ, ਉਹ ਬੱਚਿਆਂ ਨੂੰ ਮੈਂ ਰეკਮੈਂਡ ਕਰਦੀ ਹਾਂ ਕਾਮਰਸ ਲਓ, ਠੀਕ ਹੈ। ਉਹਨਾਂ ਨੂੰ ਕਾਮਰਸ ਲੈਣਾ ਚਾਹੀਦਾ ਬਿਕੋਜ਼ ਕਾਮਰਸ ਵਿੱਚ ਇਟ ਇਜ਼ ਆਲ ਅਬਾਊਟ ਮਨੀ, ਠੀਕ ਹੈ। ਔਰ ਜਿਹੜੇ ਬੱਚੇ ਬਹੁਤ ਚੰਗੀ ਤਰ੍ਹਾਂ ਬੋਲ ਸਕਦੇ ਹੈ ਨਾ, ਕਿੱਥੇ ਵੀ ਕਿਸੇ ਵੀ ਪਲੇਟਫਾਰਮ ਤੇ ਬੋਲ ਸਕਦੇ ਹੈ, ਉਹਨਾਂ ਨੂੰ ਮੈਂ ਕਹਿੰਦੀ ਹਾਂ ਤੁਸੀਂ ਲਾਇਰ ਬਣੋ। ਜਿਨ੍ਹਾਂ ਨੂੰ ਬਹੁਤ ਚੰਗੀ ਨੌਲੇਜ ਹੈ, ਕਿ ਜਨਰਲ ਨੌਲੇਜ ਜਿਨ੍ਹਾਂ ਦਾ ਬਹੁਤ ਸਟਰੋਂਗ ਹੈ, ਉਹਨਾਂ ਨੂੰ ਮੈਂ ਕਹਿੰਦੀ ਹਾਂ ਤੁਸੀਂ ਲਾਇਰ ਬਣੋ, ਠੀਕ ਹੈ। ਔਰ ਆਰਟਸ ਵਿੱਚ ਕੀ ਹੁੰਦਾ ਹੈ? ਦੇਖੋ ਬੇਟਾ, ਆਰਟਸ ਵਿੱਚ ਨਾ ਤੁਸੀਂ ਆਪਣੇ ਆਪਣੇ ਸਬਜੈਕਟਸ ਲੈ ਸਕਦੇ ਹੋ। ਆਰਟਸ ਵਿੱਚ ਨਾ ਡਿਫਰੈਂਟ ਸਬਜੈਕਟਸ ਆਉਂਦੇ ਆ, ਹਿਸਟਰੀ ਆਉਂਦੀ ਹੈ, ਜਿਓਗ੍ਰਾਫੀ ਆਉਂਦੀ ਹੈ। ਅੱਜ ਕੱਲ੍ਹ ਤਾਂ ਕਈ ਸਕੂਲਾਂ ਵਿੱਚ ਫੂਡ ਪ੍ਰੋਡਕਸ਼ਨ ਆਉਂਦੀ ਹੈ, ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਅਸੀਂ ਫੂਡ ਬਣਾਉਣਾ ਸਿਖਾਉਂਦੇ ਹਾਂ ਬੱਚਿਆਂ ਨੂੰ, ਕਿਚਨ ਵਿੱਚ ਕੰਮ ਕਰਨਾ ਸਿਖਾਉਂਦੇ ਹਾਂ, ਕੇਕ ਬੇਕਰੀ ਆਉਂਦੀ ਹੈ ਨਾ। ਕਈ ਸਕੂਲ, ਤੁਹਾਡੇ ਪੰਜਾਬ ਸਕੂਲ ਬੋਰਡ 'ਚ ਵੀ ਏਦਾਂ ਦੇ ਕੋਰਸਿਸ ਬਹੁਤ ਜ਼ਿਆਦਾ ਇੰਟਰੋਡਿਊਸ ਹੋ ਚੁੱਕੇ, ਰਾਈਟ। ਉਹ ਬੱਚੇ ਕੱਲ ਨੂੰ ਸ਼ੈਫ ਬਣ ਸਕਦੇ ਹੈ, ਕਿਸੇ ਵੀ ਹੋਟਲ 'ਚ ਜਾ ਕੇ ਕੰਮ ਸੰਭਾਲ ਸਕਦੇ ਹੈ। ਉਹਦਾ ਦੇ ਬੱਚੇ ਕਿਹੜੇ ਸਬਜੈਕਟ ਪੜ੍ਹ ਸਕਦੇ ਆ? ਹਿਊਮੈਨਿਟੀਜ਼ ਪੜ੍ਹ ਸਕਦੇ ਆ। ਅਸੀਂ ਉਹਨਾਂ ਨੂੰ ਆਰਟਸ ਲੈਣ ਨੂੰ ਕਹਿੰਦੇ ਆ, है ना। लेट्स से किसी बच्चे का बोल बहुत अच्छा है ना, बोल चाल बहुत ज्यादा अच्छा है, वो बोलन तो घबरांदा नहीं है। तुसी कोई भी लैंग्वेज पढ़ो, इंग्लिश पढ़ो, हिंदी पढ़ो, पंजाबी पढ़ो, लेकिन ਉਹਦੇ ਵਿੱਚ ਗੱਲ ਕਰੋ। ਪਬਲਿਕ ਸਪੀਕਿੰਗ ਜਿਹਨੂੰ ਅਸੀਂ ਕਹਿੰਦੇ ਆ, ਪਬਲਿਕ ਸਪੀਕਿੰਗ ਪਤਾ ਹੈ ਨਾ ਮੈਮ? ਫॉर ਬਿਕਮਿੰਗ ਬੈਂਕ ਮੈਨੇਜਰ, ਬੇਟਾ ਤੁਸੀਂ ਨਾ ਸਾਰੇ ਬਹੁਤ ਸਾਰੇ ਕੁਐਸਚਨ ਪਾਈ ਜਾ ਰਹੇ ਹੋ ਤੇ ਮੈਨੂੰ ਕੁਐਸਚਨ ਮੇਰੇ ਸਕਿਪ ਹੋ ਰਹੇ। ਮੈਂ ਕੋਸ਼ਿਸ਼ ਕਰਾਂਗੀ ਤੁਹਾਡੇ ਸਾਰੇ ਸਵਾਲ ਜਵਾਬ ਦਾ ਮੈਂ ਆਨਸਰ ਦੇਵਾਂ, ਠੀਕ ਹੈ। ਅੱਛਾ ਜੀ, ਅਸੀਂ ਹਿਊਮੈਨਿਟੀ ਸਬਜੈਕਟ ਦੀ ਗੱਲ ਕਰ ਰਹੇ ਸੀ। ਜਿਵੇਂ ਅੱਜ ਕੱਲ ਬਹੁਤ ਸਾਰੇ ਨਵੇਂ ਸਬਜੈਕਟ ਇੰਟਰੋਡਿਊਸ ਹੋ ਗਏ, ਜਿਵੇਂ ਮੈਂ ਦੱਸ ਰਹੀ ਹਾਂ ਫੂਡ ਪ੍ਰੋਡਕਸ਼ਨ। ਤੁਸੀਂ ਮੈਨੂੰ ਕਿਸੇ ਨੇ ਕਿਹਾ ਸੀਗਾ ਮੈਡਮ ਮੇਕਅਪ ਆਰਟਿਸਟ ਕਿਵੇਂ ਬਣਦੇ ਹੈ ਨਾ, ਤੇ ਅੱਜ ਕੱਲ ਬਿਊਟੀ ਐਂਡ ਵੈਲਨੈਸ ਵੀ ਕੋਰਸ ਆ ਗਿਆ, ਤੁਸੀਂ ਉਹ ਵਾਲਾ ਕੋਰਸ ਪੜ੍ਹੋ। ਇੰਗਲਿਸ਼ ਇਹੋ ਜਿਹਾ ਕੋਰਸ ਹੈ ਜਿਹੜੇ ਸਾਰੇ ਨੂੰ ਸਾਨੂੰ ਪੜ੍ਹਨਾ ਹੀ ਪੈਣਾ। ਇੰਗਲਿਸ਼ ਦੇ ਨਾਲ ਤੁਸੀਂ ਕੋਈ ਵੀ ਹੋਰ ਸਬਜੈਕਟ ਹਿਊਮੈਨਿਟੀਜ਼ ਵਿੱਚ ਲੈ ਸਕਦੇ ਹੋ, ਜਿਹੜਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਕਰ ਸਕਦੇ ਹੋ। ਕਿਸੇ ਨੇ ਮੈਨੂੰ ਪੁੱਛਿਆ ਕਿ ਬੈਂਕਰ ਕਿਵੇਂ ਬਣਨਾ ਹੈ ਨਾ, ਬੈਂਕਿੰਗ ਬੈਂਕ ਵਿੱਚ ਕਿਵੇਂ? ਦੇਖੋ ਬੇਟਾ, ਬੈਂਕ ਦੇ ਨਾ ਕੁਝ ਪੇਪਰ ਆਉਂਦੇ ਆ। ਜਦੋਂ ਤੁਸੀਂ +2 ਦੇ ਬਾਅਦ ਆਪਣਾ ਇੱਕ ਕੋਰਸ ਕਰ ਲੈਂਦੇ ਹੋ ਨਾ, ਗ੍ਰੈਜੂਏਸ਼ਨ ਦਾ ਕੋਰਸ ਕਰ ਲੈਂਦੇ ਹੋ, ਅਸੀਂ ਉਹਨੂੰ ਕਹਿੰਦੇ ਆ ਜਾਂ BCom ਕਰ ਲਈ, ਜਾਂ BA ਕਰ ਲਈ, ਜਾਂ BBA ਕਰ ਲਈ। ਉਸ ਤੋਂ ਬਾਅਦ ਨਾ ਸਾਨੂੰ ਬੈਂਕ ਦੇ ਪੇਪਰਾਂ ਦੀ ਤਿਆਰੀ ਕਰਨੀ ਪੈਂਦੀ ਹੈ। ਐਗਜ਼ਾਮ ਆਉਂਦੇ ਆ, SBI ਦੇ ਐਗਜ਼ਾਮ ਆਉਂਦੇ ਆ, ਤੇ ਨਾਲੇ ਸਾਰੇ ਜਿੰਨੇ ਪਬਲਿਕ ਸੈਕਟਰ ਬੈਂਕਸ ਹੈ ਨਾ ਉਹਨਾਂ ਦੇ ਐਗਜ਼ਾਮ ਆਉਂਦੇ ਆ। ਉਹ ਸਾਨੂੰ ਐਗਜ਼ਾਮ ਕਲੀਅਰ ਕਰਨੇ ਪੈਂਦੇ। ਉਹ ਐਗਜ਼ਾਮ ਵਿੱਚ ਪਹਿਲੇ ਇੱਕ ਰਿਟਨ ਐਗਜ਼ਾਮ ਦੇਣਾ ਪੈਂਦਾ, ਫਿਰ ਇੱਕ ਇੰਟਰਵਿਊ ਹੁੰਦੀ ਹੈ ਜਿਹੜੀ ਤੁਹਾਨੂੰ ਬਹੁਤ ਜ਼ਿਆਦਾ ਤਿਆਰੀ ਕਰਨੀ ਪੈਂਦੀ ਹੈ। ਫਿਰ ਜਾ ਕੇ ਕਿਸੇ ਤੁਸੀਂ ਬੈਂਕ ਵਿੱਚ ਜਾ ਕੇ PO ਦੀ ਪੋਸਟ ਤੇ ਲੱਗਦੇ ਹੋ। PO ਕੌਣ ਹੁੰਦੇ ਆ? ਪ੍ਰੋਬੇਸ਼ਨ ਆਫਿਸਰ। ਇੱਕ ਵਾਰੀ ਤੁਸੀਂ ਬੈਂਕ ਪਹੁੰਚ ਗਏ ਨਾ, ਫਿਰ ਅੱਗੋਂ ਤਰੱਕੀ ਹੈ, ਠੀਕ ਹੈ ਜੀ। ਸਮਝ ਆਈ ਬੈਂਕਿੰਗ ਕਿਵੇਂ ਕਰੀਦੀ ਹੈ? ਜ਼ਰੂਰ ਇੱਕੋ ਇਹ ਤਰੀਕਾ ਨਹੀਂ ਹੈ। ਅੱਜ ਕੱਲ ਬਹੁਤ ਸਾਰੇ ਪ੍ਰਾਈਵੇਟ ਸੈਕਟਰ ਬੈਂਕ ਆ ਗਏ, ਜਿਵੇਂ HDFC ਹੈ, ICICI ਹੈ, ਐਕਸਿਸ ਬੈਂਕ ਹੈ। ਉਹਨਾਂ ਦੇ ਕੋਈ ਐਗਜ਼ਾਮ ਨਹੀਂ ਹੁੰਦੇ। ਉਹ ਕੀ ਕਰਦੇ ਆ, ਜਦੋਂ ਤੁਸੀਂ ਲੈਟਸ ਸੇ BCom ਕਰ ਲਈ, ਜਾਂ BBA ਕਰ ਲਈ, ਜਾਂ MBA ਫਾਈਨੈਂਸ ਕਰ ਲਈ, ਇਹ ਬੈਂਕ ਦੀਆਂ ਨੌਕਰੀਆਂ ਨਿਕਲਦੀਆਂ ਰਹਿੰਦੀਆਂ। ਤੁਹਾਨੂੰ ਉਹਨਾਂ ਦੀ ਇੰਟਰਵਿਊ ਵਿੱਚ ਬੈਠਣਾ ਪੈਂਦਾ। ਜੇ ਤੁਸੀਂ ਇੰਟਰਵਿਊ ਕਲੀਅਰ ਕਰ ਲੈਂਦੇ ਹੋ, ਤੁਸੀਂ ਬੈਂਕ ਵਿੱਚ ਐਂਟਰੀ ਮਾਰ ਲੈਂਦੇ, ਠੀਕ ਹੈ। ਇਹ ਕੁਝ ਤਰੀਕੇ ਹੈ ਬੈਂਕ ਵਿੱਚ ਜੌਬ ਕਰਨ ਦੇ, ਹੈ ਨਾ। ਮੈਨੂੰ ਕਿਸੇ ਨੇ ਕਿਹਾ ਮੈਮ ਸਭ ਤੋਂ ਵਧੀਆ ਕਰੀਅਰ ਕਿਹੜਾ ਹੈ? ਬੇਟਾ ਸਾਰੇ ਕਰੀਅਰਸ ਨਾ ਬਹੁਤ ਵਧੀਆ ਹੈ। ਕੁਝ ਲੋਕ ਕਹਿੰਦੇ ਆ ਕਿ ਇਹ ਕਰੀਅਰ ਬਹੁਤ ਲੰਬਾ ਹੈ ਮੈਡਮ, ਮੈਂ ਨਹੀਂ ਕਰਨਾ। ਜਿਵੇਂ ਡਾਕਟਰ ਬਣਨ ਵਾਸਤੇ ਤੁਹਾਨੂੰ ਘੱਟੋ ਘੱਟ 10 ਸਾਲ ਲਗਾਉਣੇ ਪੈਂਦੇ ਆ ਡਾਕਟਰ ਬਣਨ ਵਾਸਤੇ, ਹੈ ਨਾ।
मैडम मैं करियर विच ज्यादा मैं की करांगा। देखो बेटा सारे करियर्स बहुत वधिया है, कोई करियर बुरा नहीं होंदा, लेकिन ਤੁਹਾਨੂੰ ਆਪਣੇ ਆਪ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਕਿਸ ਚੀਜ਼ 'ਚ ਵਧੀਆ ਹੋ। ਹੁਣ ਮੇਰੇ ਕੋਲ ਨਾ ਬਹੁਤ ਸਾਰੇ ਬੱਚੇ ਆਉਂਦੇ ਆ, ਕਹਿੰਦੇ ਆ ਮੈਮ ਮੈਂ ਸਿੰਗਰ बनना ਚਾਹਨਾ ਹੈ ਨਾ, ਮੈਮ ਮੈਂ ਪੇਂਟਰ बनना ਚਾਹਨਾ। ਇਹ ਜਿਹੜੇ ਕਰੀਅਰ ਨੇ ਬਹੁਤ ਦਿਲ ਨਾਲ ਕੀਤੇ ਜਾਂਦੇ ਨਾ। ਜੇ ਤੁਹਾਡੀ ਸਿੰਗਿੰਗ ਇੱਕ ਟੈਲੈਂਟ ਬਹੁਤ ਵਧੀਆ ਹੈ, ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਿੰਗਿੰਗ ਵਾਸਤੇ ਕੋਈ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਹੈ, ਤਾਂ ਤੁਸੀਂ ਸਿੰਗਿੰਗ ਜਾਂ ਸਕੈਚਿੰਗ ਜਾਂ ਇਦਾਂ ਦੇ ਕਰੀਅਰ ਵਿੱਚ ਜਾਓ। ਨਹੀਂ ਤਾਂ ਇਹ ਕਰੀਅਰ ਸਿਰਫ ਇੱਕ ਹੌਬੀ ਹੈ। ਅੱਜ ਕੱਲ ਨਾ ਲੋਕਾਂ ਦੇ ਦੋ ਕਰੀਅਰਸ ਹੁੰਦੇ ਆ, ਪਤਾ ਤੁਹਾਨੂੰ? ਜਿਵੇਂ ਮੈਂ ਇੱਕ ਟੀਚਰ ਵੀ ਹਾਂ ਤੇ ਮੈਂ ਇੱਕ ਕਰੀਅਰ ਕਾਉਂਸਲਰ ਵੀ ਹਾਂ। ਜਿਵੇਂ ਬਹੁਤ ਸਾਰੇ ਡਾਕਟਰਸ ਅੱਜ ਕੱਲ YouTube ਤੇ ਆਪਣੀ ਵੀਡੀਓਜ਼ ਬਣਾਉਂਦੇ ਆ, ਬਲੌਗਿੰਗ ਕਰਦੇ ਆ, ਹੈ ਨਾ। ਬਲੌਗਿੰਗ ਵੀ ਅੱਜ ਕੱਲ ਇੱਕ ਨਵਾਂ ਕਰੀਅਰ ਆ ਗਿਆ। ਤੇ ਜੇ ਤੁਸੀਂ ਇਦਾਂ ਦਾ ਕੋਈ ਕੰਮ ਕਰਨਾ ਚਾਹੁੰਦੇ ਹੋ ਨਾ, ਲੈਟਸ ਸੇ ਸਿੰਗਿੰਗ ਹੋ ਗਿਆ, ਪੇਂਟਿੰਗ ਹੋ ਗਿਆ, ਮੇਕਅਪ ਆਰਟਿਸਟ ਹੋ ਗਿਆ, ਉਹਨੂੰ ਨਾ ਦੂਜੇ ਨੰਬਰ ਦਾ ਕੰਮ ਕਰੋ, ਮਤਲਬ ਕਿ ਐਡੀਸ਼ਨਲ ਕੰਮ। ਪਹਿਲਾਂ ਆਪਣਾ ਮੇਜਰ ਕੋਈ ਕੰਮ ਲੱਭੋ ਜਿੱਥੇ ਤੁਹਾਨੂੰ ਇੱਕ ਕੰਟੀਨਿਊਸ ਇਨਕਮ ਆਉਂਦੀ ਰਹੇ। ਜਿਵੇਂ ਬੈਂਕ ਵਿੱਚ ਨੌਕਰੀ ਕਰ ਲੈਂਦੀ ਆ ਜਾਂ ਮੈਂ ਟੀਚਰ ਬਣ ਜਾਂਦੀ ਆ, ਹੈ ਨਾ। ਮੈਨੂੰ ਇੱਕ ਜਗ੍ਹਾ ਨੌਕਰੀ ਮਿਲ ਗਈ, ਉੱਥੋਂ ਮੈਨੂੰ ਇੱਕ ਪੱਕੀ ਤਨਖਾਹ ਆਉਂਦੀ ਰਹਿੰਦੀ ਹੈ। ਜਿਹੜਾ ਮੇਰਾ ਵਿਹਲਾ ਟਾਈਮ ਹੈ, ਜਿਵੇਂ ਬਹੁਤ ਸਾਰੇ ਟੀਚਰਸ ਸ਼ਾਮੀ ਬੈਠ ਕੇ ਟਿਊਸ਼ਨਸ ਕਰਦੇ ਆ, ਉਹ ਉਹਨਾਂ ਦਾ ਸੈਕਿੰਡ ਕੰਮ ਹੈ। ਤੇ ਅੱਜ ਕੱਲ ਹਰ ਬੱਚਾ ਨਾ ਏਦਾਂ ਦਾ ਕੋਈ ਸੈਕਿੰਡ ਕੰਮ ਕਰਨਾ ਚਾਹੁੰਦਾ ਹੈ। ਜਾਂ ਤਾਂ ਰਾਤ ਨੂੰ ਬੱਚਿਆਂ ਨੂੰ ਡਾਂਸ ਕਲਾਸ ਦਿੰਦਾ ਹੈ, ਜਾਂ ਉਹ ਕਿਸੇ ਫੋਰਨ ਕੰਟਰੀ ਦੇ ਬੱਚਿਆਂ ਨੂੰ ਟਿਊਸ਼ਨ ਦਿੰਦਾ ਹੈ, ਪੜ੍ਹਾਉਂਦਾ ਹੈ ਨਾ। ਜਾਂ ਤੁਸੀਂ ਆਪਣੇ ਆਸ-ਪਾਸ ਦੇ ਬੱਚਿਆਂ ਨੂੰ ਆ ਕੇ ਘਰ ਆ ਕੇ ਪੜ੍ਹਾਉਂਦੇ ਹੋ। ਏਦਾਂ ਦਾ ਕੋਈ ਤੁਹਾਨੂੰ ਐਕਸਟਰਾ ਕੰਮ ਲੱਭ ਲੈਣਾ ਚਾਹੀਦਾ ਤਾਂ ਕਿ ਤੁਹਾਨੂੰ ਕੋਈ ਐਡੀਸ਼ਨਲ ਇਨਕਮ ਹੋਏ। ਸਮਝ ਆ ਰਹੀ ਹੈ ਤੁਹਾਨੂੰ ਮੇਰੀ ਗੱਲ? ਅੱਛਾ ਜੀ, ਕਿਸੇ ਨੇ ਮੈਨੂੰ ਕਿਹਾ ਮੈਮ ਜੱਜ ਬਾਰੇ ਦੱਸ ਦਿਓ। ਠੀਕ ਹੈ ਜੀ, ਜੱਜ ਕਿਵੇਂ ਬਣੀਦਾ ਕਿਸੇ ਨੂੰ ਪਤਾ ਹੈ? ਜੱਜ ਕਿਵੇਂ ਬਣੀਦਾ ਬੇਟਾ? ਕਿਸੇ ਨੂੰ ਆਈਡੀਆ ਹੈ? ਓਕੇ, LLB ਕਰਨੀ ਪੈਂਦੀ ਹੈ। ਹਾਂਜੀ, ਜੱਜ ਬਣਨ ਵਾਸਤੇ ਨਾ ਤੁਹਾਨੂੰ ਕੋਰਸ ਕਰਨਾ ਪੈਂਦਾ ਹੈ, ਜਾਂ ਤਾਂ BA LLB। ਹਾਂਜੀ ਕਰਨੈਲ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜਾਂ ਤਾਂ ਤੁਹਾਨੂੰ ਜੱਜ ਬਣਨ ਵਾਸਤੇ ਪਹਿਲੇ ਕੋਰਸ ਕਰਨਾ ਪੈਂਦਾ ਹੈ BA LLB ਜਾਂ BCom LLB ਜਾਂ BBA LLB। ਤੁਹਾਨੂੰ LLB ਕਰਨੀ ਪੈਂਦੀ ਹੈ ਨਾ। ਇਹ ਜਿਹੜਾ ਕੋਰਸ ਹੁੰਦਾ ਨਾ 5 ਸਾਲਾਂ ਦਾ ਜਾਂ 6 ਸਾਲਾਂ ਦਾ ਹੁੰਦਾ। ਜੇ ਲੈਟਸ ਸੇ ਤੁਸੀਂ 12ਵੀਂ ਕਲਾਸ ਚੋਂ ਤੇ ਤੁਹਾਨੂੰ ਨਹੀਂ ਪਤਾ ਤੁਸੀਂ ਲਾਅ ਨਹੀਂ ਕਰਨਾ ਹੈ ਕਿ ਨਹੀਂ ਕਰਨਾ, ਤੇ ਬੱਚੇ ਕੀ ਕਰਦੇ ਆ, ਪਹਿਲੇ BA ਜੁਆਇਨ ਕਰ ਲੈਂਦੇ। ਫਿਰ ਕੀ ਹੁੰਦਾ ਹੈ, ਉਹ ਬਾਅਦ ਚੋਂ BA 3 ਸਾਲਾਂ ਦੇ ਬਾਅਦ ਕਰਕੇ LLB ਦੇ ਪੇਪਰ ਦਿੰਦੇ ਆ। LLB ਵੀ 3 ਸਾਲਾਂ ਦੀ ਹੁੰਦੀ ਹੈ। ਤੇ ਇਹ ਜਦ ਅਸੀਂ ਏਦਾਂ ਜਾਂਦੇ ਆ ਨਾ BA ਫਿਰ LLB, ਇਹ ਸਾਨੂੰ 6 ਸਾਲ ਲੱਗ ਜਾਂਦੇ ਆ ਇੱਕ ਵਕੀਲ ਬੰਦੇ। ਠੀਕ ਹੈ। ਜੇ ਲੈਟਸ ਸੇ ਤੁਸੀਂ +2 ਚ ਡਿਸਾਈਡ ਕਰ ਲਿਆ ਮੈਂ ਤਾਂ ਵਕੀਲ ਹੀ ਬਣਨਾ ਹੈ, ਫਿਰ 5 ਸਾਲਾਂ ਦਾ ਕੋਰਸ ਹੁੰਦਾ ਬੇਟਾ। ਤੁਸੀਂ BA LLB ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ ਹਿਸਟਰੀ, ਪੋਲੀਟੀਕਲ ਸਾਇੰਸ, ਟੈਕਸ, ਹੈ ਨਾ, ਅਕਾਊਂਟਿੰਗ, ਏਦਾਂ ਦੇ ਕੋਰਸ ਤੁਹਾਨੂੰ ਸਟੱਡੀ ਕਰਨੇ ਪੈਂਦੇ। ਜਦੋਂ ਤੁਸੀਂ LLB ਕਰ ਲਈ, ਉਸ ਤੋਂ ਬਾਅਦ ਕੋਰਟ ਵਿੱਚ ਜਾਣ ਵਾਸਤੇ ਤੁਹਾਨੂੰ ਇੱਕ ਐਗਜ਼ਾਮ ਦੇਣਾ ਪੈਂਦਾ। ਅਸੀਂ ਉਹਨੂੰ ਕਹਿੰਦੇ ਹਾਂ ਬਾਰ ਸੈਕਟਰੀ ਦੇ ਐਗਜ਼ਾਮ। ਜੇ ਤੁਸੀਂ ਉਹ ਕਲੀਅਰ ਕਰ ਲੈਂਦੇ ਹੋ, ਫਿਰ ਤੁਸੀਂ ਕੋਰਟ ਵਿੱਚ ਜਾ ਕੇ ਲੋਕਾਂ ਦੀ ਵਕਾਲੀਅਤ ਕਰ ਸਕਦੇ ਹੋ, ਹੈ ਨਾ। ਤੁਸੀਂ ਵਕੀਲੀਅਤ ਕਰਨੀ ਸ਼ੁਰੂ ਕਰਤੀ, ਉਸ ਤੋਂ ਬਾਅਦ ਲੈਟਸ ਸੇ ਤੁਸੀਂ ਜੱਜ ਬਣਨਾ ਹੈ। ਜੱਜ ਕੌਣ ਹੁੰਦਾ ਹੈ? ਜਿਹੜੇ ਆਪਣੀ ਫਾਈਨਲ ਫੈਸਲਾ ਸੁਣਾਉਂਦਾ ਹੈ ਕਿ ਤੁਸੀਂ ਜੋ ਕੀਤਾ ਠੀਕ ਹੈ ਕਿ ਗਲਤ ਹੈ। ਉਹ ਜੱਜ ਬਣਨ ਦੇ ਵੀ ਐਗਜ਼ਾਮ ਹੁੰਦੇ ਆ ਬੇਟਾ ਜੀ। ਉਹ ਤੁਸੀਂ ਜਦੋਂ 3-4 ਸਾਲ ਕੋਰਟ ਵਿੱਚ ਕੰਮ ਕਰ ਲੈਂਦੇ ਹੋ, ਫਿਰ ਤੁਸੀਂ ਜੱਜ ਦੇ ਐਗਜ਼ਾਮ ਦਿੰਦੇ ਹੋ। ਉਸ ਤੋਂ ਬਾਅਦ ਤੁਸੀਂ ਜੱਜ ਬਣਦੇ ਹੋ ਜੇ ਤੁਸੀਂ ਉਹ ਐਗਜ਼ਾਮ ਕਲੀਅਰ ਕਰਦੇ ਹੋ। ਠੀਕ ਹੈ ਜੀ, ਸਮਝ ਆ ਗਈ ਜੀ? ਇਸ ਤੋਂ ਬਾਅਦ ਨੀਟ ਕਲੀਅਰ ਕਰੋ ਐਂਡ ਯੂ ਕੈਨ ਸਟੱਡੀ ਔਨ ਦਿਸ ਵਿਦਆਊਟ ਫੀ। ਮੈਂ ਥੋੜੀ ਚੈਟ ਪੜਨ ਦੀ ਕੋਸ਼ਿਸ਼ ਕਰ ਰਿਹਾ। ਮੈਡੀਕਲ, ਇਸ ਤੋਂ ਬਾਅਦ ਨੀਟ ਕਲੀਅਰ ਕਰੋ, ਯੂ ਕੈਨ ਸਿਟ ਔਨ ਦਿਸ ਵਿਦਆਊਟ ਫੀ। ਇਹ ਕੌਣ ਪੁੱਛ ਰਿਹਾ ਮੇਰੇ ਕੋਲ? ਇੱਕ ਮਿੰਟ ਜੀ। ਚਲੋ, ਮੈਂ ਕਿਸੇ ਦੀ ਚੈਟ ਪੜ ਰਹੀ ਸੀ, ਮੈਨੂੰ ਕੁਝ ਦਿਖ ਰਿਹਾ ਸੀ, ਪਰ ਮੈਨੂੰ ਹੁਣ ਉਹ ਚੈਟ ਨਹੀਂ ਮਿਲ ਰਹੀ ਹੈ। ਠੀਕ ਹੈ ਜੀ, ਸਾਰਿਆਂ ਨੂੰ ਸਮਝ ਆ ਗਈ ਕਿ ਅਸੀਂ ਕਿਵੇਂ ਲਾਅ ਕਿਵੇਂ ਕਰ ਸਕਦੇ ਹਾਂ, ਲਾਇਰ ਕਿਵੇਂ ਬਣ ਸਕਦੇ ਹਾਂ? ਠੀਕ ਹੈ। ਹੁਣ ਮੈਨੂੰ ਕਿਸੇ ਨੇ ਪੁੱਛਿਆ ਸੀ ਮੈਮ ਕੰਪਿਊਟਰ ਇੰਜੀਨੀਅਰ ਬਣਨ ਵਾਸਤੇ ਕੀ ਚਾਹੀਦਾ ਹੈ ਨਾ। ਦੇਖੋ ਬੇਟਾ ਜੀ, ਮੈਨੂੰ ਨਾ ਕੁਝ ਬੱਚੇ ਕਹਿੰਦੇ ਆ ਮੈਡਮ ਮੈਂ ਤਾਂ ਕੰਪਿਊਟਰ ਕਰਨਾ ਨਹੀਂ ਜਾਣਦਾ, ਹੈ ਨਾ, ਮੈਂ ਜਾਂ ਕੰਪਿਊਟਰ ਕਰ ਨਹੀਂ ਸਕਦਾ। ਲੇਕਿਨ ਬੱਚੇ ਜੀ ਅੱਜ ਕੱਲ ਦੇਖੋ, ਮੈਂ ਕਲਾਸ ਵੀ ਤੁਹਾਡੀ ਕੰਪਿਊਟਰ ਦੇ ਉੱਪਰ ਲੈ ਰਹੀ ਹਾਂ, ਹੈ ਨਾ।
ਤੇ ਕੰਪਿਊਟਰ ਕਿਤੇ ਬਿਨਾ ਅੱਜ ਕੱਲ ਗੁਜ਼ਾਰਾ ਹੈ ਨਹੀਂ। ਤੁਸੀਂ ਕੁਝ ਵੀ ਬਣ ਜਾਓ, ਚਾਹੇ ਤੁਸੀਂ ਟੀਚਰ ਬਣ ਜਾਓ, ਚਾਹੇ ਤੁਸੀਂ ਡਾਕਟਰ ਬਣ ਜਾਓ, ਚਾਹੇ ਤੁਸੀਂ ਯੂਟਿਊਬਰ ਬਣ ਜਾਓ, ਚਾਹੇ ਤੁਸੀਂ ਬਲੌਗਰ ਬਣ ਜਾਓ, ਤੁਹਾਨੂੰ ਕੰਪਿਊਟਰ ਤਾਂ ਕਰਨਾ ਹੀ ਪੈਣਾ ਹੈ। ਸੋ ਇਸ ਕਰਕੇ ਤੁਸੀਂ ਕੰਪਿਊਟਰ ਨੂੰ ਜਿੰਨੀ ਛੇਤੀ ਪਕੜ ਲਓਗੇ ਉਨਾ ਚੰਗਾ ਤੁਹਾਡੇ ਵਾਸਤੇ ਹੋਏਗਾ, ਨਹੀਂ ਤਾਂ ਬਾਅਦ ਚ ਜਾ ਕੇ ਵੀ ਤੁਹਾਨੂੰ ਕੰਪਿਊਟਰ ਕਰਨਾ ਹੀ ਪੈਣਾ ਹੈ। ਤੁਸੀਂ ਕੁਝ ਵੀ ਕਰ ਲਓ, ਤੁਹਾਨੂੰ ਕੰਪਿਊਟਰ ਤਾਂ ਪੜ੍ਹਨਾ ਹੀ ਪੈਣਾ ਹੈ। ਸੋ ਮੇਰੀ ਤੁਹਾਡੇ ਸਾਰਿਆਂ ਨੂੰ ਦਰਖਾਸਤ ਹੈ ਕਿ ਜਿੰਨੀ ਮਰਜ਼ੀ, ਜਿੰਨੀ ਜਲਦੀ ਤੁਸੀਂ ਕੰਪਿਊਟਰ ਚਲਾਉਣਾ ਸਿੱਖ ਸਕਦੇ ਹੋ, ਤੁਸੀਂ ਉਹ ਸਿੱਖੋ। ਕੰਪਿਊਟਰ ਦੇ ਤੁਸੀਂ ਬਹੁਤ ਸਾਰੀ ਲੈਂਗੁਏजेस ਆਉਂਦੀਆਂ, ਜਿਵੇਂ C+, ਹੈ ਨਾ, ਪਾਈਥਨ, ਕੋਡਿੰਗ ਲੈਂਗੁਏਜ, ਇਹ ਸਾਰਿਆਂ ਲੈਂਗੁਏਜ ਤੁਸੀਂ ਜਿੰਨੇ ਕੋਰਸਿਸ ਇਹਦੇ ਵਿੱਚ ਕਰ ਸਕਦੇ ਹੋ ਘੱਟ ਹੈ। ਤੁਹਾਨੂੰ MS ਆਫਿਸ ਚਲਾਉਣਾ ਆਉਣਾ ਚਾਹੀਦਾ ਹੈ, ਵਰਡ ਚਲਾਉਣਾ ਆਉਣਾ ਚਾਹੀਦਾ ਹੈ, ਪਾਵਰਪੁਆਇੰਟ ਪ੍ਰੈਜੈਂਟੇਸ਼ਨ ਬਣਾਉਣੀ ਆਉਣੀ ਚਾਹੀਦੀ ਹੈ, ਐਕਸਲ ਯੂਜ਼ ਕਰਨਾ ਆਉਣਾ ਚਾਹੀਦਾ ਹੈ। ਇਹ ਸਾਰੀ ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ। ਕਲੀਅਰ? ਹਾਂਜੀ, ਸਮਝ ਆ ਗਿਆ ਜੀ? ਸੋ ਕੰਪਿਊਟਰ ਤਾਂ ਤੁਹਾਨੂੰ ਸਾਰਿਆਂ ਨੂੰ ਸਿੱਖਣਾ ਹੀ ਪੈਣਾ ਹੈ। ਹਾਂਜੀ, ਅੱਜ ਕੱਲ ਦੇ ਤੁਹਾਨੂੰ ਪਤਾ ਹੈ ਬੱਚੇ ਵੀ ਬਹੁਤ ਜਲਦੀ ਕੰਮ ਕਰਨਾ ਸ਼ੁਰੂ ਕਰ ਦਿੰਦੇ। ਜੇ ਤੁਹਾਨੂੰ ਕੰਪਿਊਟਰ ਚਲਾਉਣਾ ਆਉਂਦਾ ਨਾ, ਤੁਸੀਂ ਕਿਸੇ ਵੀ ਤਰੀਕੇ ਦਾ ਕੰਮ ਕਦੀ ਵੀ ਸ਼ੁਰੂ ਕਰ ਸਕਦੇ ਹੋ ਤੇ ਤੁਸੀਂ ਕਦੀ ਵੀ ਪੈਸਾ ਕਮਾਉਣਾ ਸ਼ੁਰੂ ਕਰ ਦਿੰਦੇ ਹੋ। ਪਤਾ ਤੁਹਾਨੂੰ? ਤੁਸੀਂ ਬਹੁਤ ਸਾਰੀ, ਤੁਸੀਂ YouTube ਕਿੰਨੇ ਕੋਲ ਹੈ? ਕੌਣ YouTube ਚਲਾਉਂਦਾ ਹੈ? YouTube कौन देखता है बेटा? गुड बेटा, YouTube पे ना इतनी वीडियोस है ना जो आपको क्विकली बताएंगी कि कैसे आप जल्दी से जल्दी पैसा कमाना शुरू कर सकते हो यूजिंग कंप्यूटर्स। जे तुहानू एक्सेल चलानी आंदी है ना, MS एक्सेल जे तुहानू आंदी है, हर एक कंपनी नू, लुधियाने विच जिन्नी कंपनी है ना, उन्हां नू एक्सेल ऑपरेटर बंदा चाहिदा है जेड़ा उन्हां दे डेटाबेस नू मैनेज कर पाए। और जे तुसी एक्सेल सीख लेंदे हो, तुसी घरे बैठे कंपनियां दा डेटाबेस हैंडल कर सकते हो। सो एक इदा दी चीज है जिन्नू आंदी है, बहुत वधिया। ठीक है, दूजा कोर्स है एक असी कहंदे हैं ग्राफिक डिजाइनिंग। पता है सारे नू ग्राफिक डिजाइनिंग की होंदी है? पता है? आजकल असी जिन्नी भी एड्स देखते हैं ना, तुसी देखो इंटरनेट पे आंदी है एड्स, है ना? तुहानू एक वधिया जिहा पोस्टर बनाना पैंदा है जित्ते तुसी दसदे हो बच्चे की काम, है ना, की साडा की काम है, किन्नी ओदी प्राइस है, सारा कुछ असी उत्ते दसदे हां। जे तुसी इदां दा काम भी सीख सकदे हो ना, तुसी घरे बैठे पैसे कमा सकते हो। इदां दा भी बहुत सारा काम YouTube ते इंदी वीडियोस है ना। मैं एक सॉफ्टवेयर दा नाम लिख रही हां, तुहाडे मोबाइल, तुहाडे कोल जे स्मार्टफोन है ना, तुसी अपने मोबाइल ते घर बैठे बैठे पैसा कमाना शुरू कर सकते हो। ठीक है, मैं देखो एक सॉफ्टवेयर दा नाम लिख रही हां, कैनवा। किन्नू किन्नू आंदा है चलाना? कैनवा चलाना आंदा है? गुड। पारस, शारदा, जसमीत कौर, वेरी नाइस। सरबजीत, राजविंदर जी, बलजिंदर सिंह, मनदीप कौर, वेरी नाइस। ये हुण इदां दा सॉफ्टवेयर है, जे तुहानू चलाना आंदा है ना, तुसी घर बैठे पैसे कमा सकते हो। ठीक है जी? हाँ जी, हुण मैनू कोई पूछ रहा फुटबॉल प्लेयर किद्दां बनना है? दसो बेटा, मैनू जसमीन कौर जी पूछ रहे हैं, मैडम प्लीज एडवाइस दोगे मैम हाउ टू यूज कैनवा? ओके, एक ना बहुत सारे ना वैब ते ना गूगल ते बहुत सारे इदां दे प्लेटफॉर्म्स है जेडे तुहानू फ्री कोर्स चलाना सिखांदे हैं। मैं तुहानू दस रही हां, आ देखो कोर्सेरा, इत्थे जाओ, तुसी कैनवा चलाना सीख सकते हो। ठीक है, सिंपली लर्न, एलिसन, ये ना वेबसाइट है ellison.com, coursera.com। इत्थे बहुत सारे फ्री कोर्सेस है। ईवन तक कि अपनी जेडी बानी है गुरु ग्रंथ साहब जी दी, है ना, ओदा की मतलब है, उत्तों आपां की सीख सकते हैं, इहदे उपर भी फ्री कोर्स पिया है। तुसी घर बैठे बैठे अपनी गुरबानी दे बारे, उत्तों आपां किवें चीज़ां सीख सकते हैं, वो कोर्सेस पे है। किहड़े प्लेटफॉर्म ते? कोर्सेरा प्लेटफॉर्म। तुसी तुहानू जे गूगल यूज करना आंदा ना बच्चे, बहुत सारी चीज़ां हैं जिहड़ी असीं घर बैठे बैठे सीख सकते। ठीक है, समझ रहे हो? मैं बेटा टाइप की है कोर्सेरा, मैं दोबारा तो तुहाडे वास्ते टाइप कर रही हूं। कोर्सेरा है, एलिसन है, सिंपली लर्न है ना,
और गूगल ते भी फ्री कोर्सेज है, गूगल ते भी फ्री कोर्सेज पे है, ठीक है। ਇਹ ਤੁਸੀਂ ਫ੍ਰੀ ਇਹ ਕੋਰਸਿਸ ਦਾ ਕੋਈ ਪੈਸਾ ਨਹੀਂ ਲੱਗਣਾ, ਤੁਸੀਂ ਘਰ ਬੈਠੇ ਬੈਠੇ ਜਦੋਂ ਤੁਹਾਡੇ ਕੋਲ ਟਾਈਮ ਹੈ ਤੁਸੀਂ ਇਹ ਕੋਰਸਿਸ ਸਿੱਖ ਸਕਦੇ ਜਦੋਂ ਮਰਜ਼ੀ, ਇਹਦਾ ਕੋਈ ਫਿਕਸ ਟਾਈਮ ਵੀ ਨਹੀਂ ਹੈਗਾ। ਹੋਰ ਮੈਂ ਤੁਹਾਨੂੰ ਇੱਕ ਹੋਰ ਪੋਰਟਲ ਦੱਸਦੀ ਹਾਂ, ਸਵੈਮ, ਇੱਥੇ ਵੀ ਬਹੁਤ ਸਾਰੇ ਫ੍ਰੀ ਕੋਰਸਿਸ ਪਏ ਹੈ, ਠੀਕ ਹੈ ਜੀ। ਹਾਂਜੀ, ਹਾਊ ਟੂ ਬਿਕਮ ਐਨ ਆਰਮੀ ਆਫਿਸਰ, ਕੋਈ ਮੈਨੂੰ ਦੱਸੇਗਾ? ਐਨਡੀਏ ਐਗਜ਼ਾਮ, बेटा एनडीए एग्जाम वास्ते ਤੁਹਾਨੂੰ नॉन मेडिकल ਲੈਣਾ ਪੈਂਦਾ, ਉਹਦੇ ਵਾਸਤੇ ਫਿਜ਼ਿਕਸ ਤੇ ਮੈਥਸ ਬਹੁਤ ਜ਼ਰੂਰੀ ਹੁੰਦਾ, ਠੀਕ ਹੈ। ओके मैडम, आई एम वेरी कंफ्यूज बिटवीन बीएससी एंड बीटेक। ਮੈਨੂੰ ਕਿਸੇ ਨੇ क्वेश्चन पूछा है, मैडम बीएससी और बीटेक ਦੇ ਵਿੱਚ ਕਿਹੜਾ ਕੋਰਸ ਬਹੁਤ ਵਧੀਆ ਹੈ? ਦੇਖੋ बेटा, ਜ਼ਿਆਦਾਤਰ ਵਧੀਆ बीटेक ਜਿਹੜੀ ਹੁੰਦੀ ਹੈ ਉਹ 4.5 ਸਾਲਾਂ ਦੀ ਹੁੰਦੀ ਹੈ। ਜੇ ਤੁਸੀਂ बीटेक ਕਰ ਲੈਂਦੇ ਹੋ ਤੁਸੀਂ ਆਪਣੇ ਆਪ ਨੂੰ ਇੰਜੀਨੀਅਰ ਕਹਿਲਾਉਂਦੇ ਹੋ। बीएससी ਦਾ ਜਿਹੜਾ ਕੋਰਸ ਹੈ ਉਹਨੂੰ ਅਸੀਂ ਕਹਿੰਦੇ ਆ ਬੈਚਲਰ ਆਫ ਸਾਇੰਸ, ਉਹ ਇੱਕ ਸਬਜੈਕਟ ਦੀ ਸਪੈਸ਼ਲਾਈਜੇਸ਼ਨ ਹੁੰਦੀ ਹੈ, ਠੀਕ ਹੈ। ਉਹ ਕਿੰਨੇ ਸਾਲਾਂ ਦੀ ਹੁੰਦੀ ਹੈ? 3 ਸਾਲਾਂ ਦੀ। बीटेक बनन वास्ते, बीटेक करन वास्ते है ना, बीटेक ਵਿੱਚ ਐਡਮਿਸ਼ਨ ਕਰਨ ਵਾਸਤੇ ਸਾਨੂੰ ਇੱਕ ਐਗਜ਼ਾਮ ਦੇਣਾ ਪੈਂਦਾ ਹੈ, ਅਸੀਂ ਉਹਨੂੰ ਕਹਿੰਦੇ ਆ जेई ਮੇਨ ਜਾਂ जेई ਐਡਵਾਂਸ, ਠੀਕ ਹੈ। ਇੰਜੀਨੀਅਰ ਬਣਨ ਵਾਸਤੇ ਸਾਨੂੰ ਇੱਕ ਐਗਜ਼ਾਮ ਦੇਣਾ ਪੈਂਦਾ ਹੈ, ਅਸੀਂ ਕੀ ਕਹਿੰਦੇ ਆ? जेई, राइट। नाउ जेई विच कितना बच्चा पेयर होंदा है? घट्टो घट 15 लाख बच्चा हर साल पेयर होंदा है, और सीटा कितनी है? 50,000। तो इस करके ये जिहड़ा एग्जाम है ना बहुत कॉम्पिटिटिव है, ते बच्चे इस तो बहुत घबराते हैं। बच्चों नूं लगदा है कि साडी असीं नहीं क्लीयर कर पावांगे, फिर बच्चे की कहंदे हैं, जे तुहानूं लेट्स से बीटेक विच एडमिशन नहीं मिलदी तां तुसीं बीएससी कर लो, बीएससी दे बाद तुसीं एमएससी कर लो, एमएससी ਦੇ ਬਾਅਦ ਤੁਸੀਂ पीएचडी ਕਰ ਲਓ, ਤੁਹਾਨੂੰ ਇੱਕ ਬਹੁਤ ਵਧੀਆ ਨੌਕਰੀ ਮਿਲ ਸਕਦੀ ਹੈ, ਠੀਕ ਹੈ ਜੀ। डिफरेंस ਕੀ ਹੈ? बीएससी 3 ਸਾਲਾਂ ਦੀ ਹੈ, बीटेक 4.5 ਸਾਲਾਂ ਦੀ ਹੈ। बीटेक ਇੱਕ ਜ਼ਿਆਦਾ ਪ੍ਰੋਫੈਸ਼ਨਲ ਕੋਰਸ ਹੈ बीएससी ਦੇ ਨਾਲੋਂ, ਬਟ बीएससी ਵੀ ਬਹੁਤ ਵਧੀਆ ਕੋਰਸ ਹੈ, ਤੁਹਾਨੂੰ ਇੱਕ ਸਬਜੈਕਟ ਦੇ ਬਾਰੇ ਕੰਪਲੀਟ ਇਨਫੋਰਮੇਸ਼ਨ ਮਿਲ ਜਾਂਦੀ ਹੈ। हाँ जी, एक बच्चा मैंने पूछ रहा है कि मैम मैं नॉन मेडिकल करती पई हाँ, मैं यूपीएससी का एग्जाम देना, मैं की करा? बेटा यूपीएससी का एग्जाम ना आपां जदों अपने कोल ग्रेजुएशन की डिग्री आ जाती है ना, +2 तो बाद आपां 3 साल की मिनिमम ग्रेजुएशन डिग्री कर लेंगे ना, फिर असीं यूपीएससी का एग्जाम दे पाने। ते यूपीएससी का एग्जाम कोई भी बच्चा दे सकता है, चाहे वो बीए कीती है, चाहे उन्हें बीएससी कीती है, चाहे उन्हें इंजीनियरिंग कीती है, चाहे वो डॉक्टर है, कोई भी दे सकता है। लेकिन तुहाडे कोल ग्रेजुएशन होनी चाहिए, मैक्सिमम उम्र है 35 साल मैक्सिमम एज है, जिस तो बाद तुसी यूपीएससी का एग्जाम नहीं दे सकते, ठीक है जी। तो इस तरीके नाल तुसी एक आईएएस ऑफिसर बन सकते हो। हाँ जी, सीए बारे दस दो जी, सीए किद्दां बनीदा? देखो सीए कौन होंदे? चार्टर्ड अकाउंटेंट। सीए केड़ा काम करते हैं? सीए करते हैं जेड़ी आपां कोई बिजनेस जदों चलाने आ, आपां नूं बैंक अपने अकाउंट मेनटेन करने पैंदे हैं, है ना, कितना पैसा आया कितना पैसा गया, ये अकाउंट नूं कौन चेक करता है? सीए करते हैं। ते सीए दा कोर्स भी बहुत वधिया कोर्स है, जे तुसी सीए बन जांदे हो तां तुसी किसी भी कंपनी दे अकाउंट दा कदी भी ऑडिट कर देंदे हो। अब सीए बनने के लिए आपकी क्या चीज स्ट्रॉन्ग चाहिए? आपको अकाउंटिंग, आपको पैसे की समझ बहुत ज्यादा चाहिए। सीए का कोर्स हम +2 के बाद कर सकते हैं, कुछ बच्चे +2 विच भी तैयारी शुरू कर देंगे। ਇਹਦੇ 3 लेवल्स होंगे, पहले एक एंट्री लेवल होंगे, ठीक है, 3 लेवल होंगे। तो पहले तुहानू एंट्री लेवल पास करके फिर तुहानू दूजे लेवल ते जाना पैंदा है, फिर तुहानू थोड़ा जिहा काम भी करना पैंदा है, थोड़ा जिहा एक्सपीरियंस गेन करना पैंदा है, और फिर फाइनल लेवल च जाके तुहानू एग्जाम देने पैंदे। ਇਹਦੀ सीए दी पढ़ाई किसी भी कॉलेज विच नहीं होंदी, ਇਹ तुहानू अपने आप करनी पैंदी है। ਤੁਹਾਨੂੰ कुछ एग्जाम्स देने पैंदे, ਜਦੋਂ ਤੁਸੀਂ एग्जाम्स क्लियर करते रहंदे हो ਤੁਸੀਂ अगले लेवल ते जांदे रहंदे हो। तो ਜਦੋਂ ਤੁਹਾਡੇ ਸਾਰੇ एग्जाम्स क्लियर हो ਜਾਂਦੇ ਆ ਤੁਹਾਨੂੰ सीए ਦਾ ਲਾਇਸੈਂਸ ਮਿਲ ਜਾਂਦਾ ਹੈ ਕਿ ਹੁਣ ਤੁਸੀਂ सीए ਹੋ। ਉਸ ਤੋਂ ਬਾਅਦ ਤੁਸੀਂ ਆਪਣੀ सीए ਦੀ ਪ੍ਰੈਕਟਿਸ ਕਰ ਸਕਦੇ ਹੋ, ਠੀਕ ਹੈ ਜੀ। ਸੋ ਇਸ ਤਰ੍ਹਾਂ ਨਾਲ हाँ जी, एक ही केड़ा बच्चा कह रहा है, 1 मिनट रुको बच्चे जी, तुहाडी चैट सारियां दी ना ऊपर जाई जा रही है।
ਜਸਮੀਨ ਕੌਰ ਨੇ ਕਿਹਾ ਮੈਮ ਕੁਝ ਨਹੀਂ ਸਮਝ ਆ ਰਿਹਾ ਕਿ ਅਸੀਂ ਕੀ ਬਣੀਏ। ਓਕੇ, ਦੇਖੋ ਕੁਝ ਨਹੀਂ ਸਮਝ ਆਉਣ ਵਾਸਤੇ ਨਾ ਮੈਂ ਤੁਹਾਨੂੰ ਇੱਕ ਨਾ ਛੋਟਾ ਜਿਹਾ 3-4 ਸਟੈਪਸ ਦੱਸਾਂਗੀ, ਤੁਸੀਂ ਆਪਣੇ ਉੱਪਰ ਕਰੋ। ਜੇ ਤੁਹਾਨੂੰ ਨਹੀਂ ਸਮਝ ਆਉਂਦਾ ਨਾ ਤੁਸੀਂ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਗਾਈਡ ਕਰਾਂਗੀ। ਠੀਕ ਹੈ, ਕੀ ਕਰਨਾ ਹੈ, ਪਹਿਲੇ ਤੁਸੀਂ ਆਪਣੇ ਆਪ ਨੂੰ ਸਮਝੋ। ਤੁਸੀਂ ਜਿਹੜੀ ਵੀ ਕਲਾਸ ਚ ਹੋ ਤੁਸੀਂ ਸਮਝੋ ਕਿ ਤੁਹਾਨੂੰ ਕਿਹੜਾ ਸਬਜੈਕਟ ਪੜ੍ਹਨਾ ਸਭ ਤੋਂ ਵਧੀਆ ਲੱਗ ਰਿਹਾ ਹੈ। ਤੁਹਾਨੂੰ ਇੰਗਲਿਸ਼ ਪੜ੍ਹਨੀ ਵਧੀਆ ਲੱਗ ਰਹੀ ਹੈ, ਤੁਹਾਨੂੰ ਸੋਸ਼ਲ ਸਟੱਡੀਜ਼ ਕਰਨੀ ਵਧੀਆ ਲੱਗ ਰਹੀ ਹੈ, ਜਾਂ ਸਾਇੰਸ ਕਰਨਾ ਵਧੀਆ ਲੱਗ ਰਿਹਾ ਹੈ, ਜਾਂ ਮੈਥਸ ਕਰਨਾ ਵਧੀਆ ਲੱਗ ਰਿਹਾ ਹੈ। ਠੀਕ ਹੈ, ਤੁਸੀਂ ਆਪਣੇ ਆਪ ਨੂੰ ਸਮਝੋ। ਫਿਰ ਤੁਸੀਂ ਦੱਸੋ ਤੁਸੀਂ ਕਿਸ ਤਰ੍ਹਾਂ ਦੇ ਇਨਸਾਨ ਹੋ, ਹੈ ਨਾ। ਤੁਸੀਂ ਲੋਕਾਂ ਨਾਲ ਰਹਿ ਕੇ ਕੰਮ ਕਰਨਾ ਪਸੰਦ ਕਰਦੇ ਹੋ ਜਾਂ ਤੁਸੀਂ ਇਕੱਲੇ ਰਹਿ ਕੇ ਕੰਮ ਪਸੰਦ ਕਰਦੇ ਹੋ। ਤੁਹਾਨੂੰ ਜ਼ਿਆਦਾ ਬੋਲਣਾ ਪਸੰਦ ਹੈ ਕਿ ਤੁਹਾਨੂੰ ਚੁੱਪ ਰਹਿਣਾ ਪਸੰਦ ਹੈ ਨਾ। ਤੁਹਾਨੂੰ ਹਰ ਸਮੇਂ ਕੋਈ ਨਵਾਂ ਕੰਮ ਕਰਨਾ ਪਸੰਦ ਹੈ ਜਾਂ ਤੁਸੀਂ ਇੱਕੋ ਕੰਮ ਬਾਰ-ਬਾਰ ਕਰ ਕਰਕੇ ਖੁਸ਼ ਹੋ। ਤੁਸੀਂ ਆਪਣੇ ਆਪ ਨੂੰ ਸਮਝੋ, ਫਿਰ ਉਸ ਦੇ ਬੇਸਿਸ ਤੇ ਤੁਸੀਂ ਆਪਣੀ ਸਟਰੀਮ ਸਿਲੈਕਟ ਕਰੋ, ਹੈ ਨਾ, ਕਿ ਮੈਂ ਸਾਇੰਸ ਵਿੱਚ ਜਾਵਾਂ ਜਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸਾਇੰਸ ਦਾ ਬੱਚਾ, ਸਾਇੰਸ ਮੈਂ ਉਸੇ ਬੱਚੇ ਨੂੰ ਰეკਮੈਂਡ ਕਰਦੀ ਹਾਂ ਜਿਹੜੇ ਬੱਚੇ ਬਹੁਤ ਲੰਬੇ ਸਮੇਂ ਤੱਕ ਪੜ੍ਹ ਸਕਦੇ ਹੈ ਨਾ, ਉਹ 12 ਘੰਟੇ 8 ਘੰਟੇ ਆਪਣੀ ਸੈਲਫ ਸਟੱਡੀ ਕਰ ਸਕਦੇ ਆ, ਫਿਰ ਉਹ ਜਾਣ ਸਾਇੰਸ ਵਿੱਚ। ਜੇ ਨਹੀਂ ਕਰ ਸਕਦੇ, ਜੇ ਪੈਸੇ ਦੀ ਸਮਝ ਹੈ, ਤੁਹਾਨੂੰ ਮਨੀ, ਇਕਨੋਮਿਕਸ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀ ਹੈ, SST ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਫਿਰ ਤੁਸੀਂ ਲੋ ਕਾਮਰਸ, ਹੈ ਨਾ। ਤੁਹਾਨੂੰ ਹਿਸਟਰੀ ਬਹੁਤ ਚੰਗੀ ਤਰ੍ਹਾਂ ਸਮਝ ਆਉਂਦੀ ਹੈ, ਤੁਹਾਨੂੰ ਗਵਰਨਮੈਂਟ ਕਿਵੇਂ ਕੰਮ ਕਰ ਰਹੀ ਹੈ ਉਹ ਬਹੁਤ ਚੰਗੀ ਤਰ੍ਹਾਂ ਸਮਝ ਆਉਂਦਾ ਹੈ, ਫਿਰ ਤੁਸੀਂ ਲੋ ਹਿਊਮੈਨਿਟੀਜ਼, ਫਿਰ ਤੁਸੀਂ ਜਾਓ ਲਾਅ ਵੱਲ, ਤੁਸੀਂ ਜਾਓ IAS ਆਫਿਸਰ ਬਣਨ ਵੱਲ। ਇਸ ਤਰ੍ਹਾਂ ਤੁਹਾਡੀ ਮਤਲਬ ਕਿ ਜਿਵੇਂ ਜਿਵੇਂ ਤੁਸੀਂ ਅੱਗੇ ਵੱਧਦੇ ਜਾਓਗੇ ਨਾ ਤੁਹਾਨੂੰ ਥੋੜੀ ਕਲੈਰਿਟੀ ਮਿਲਦੀ ਜਾਏਗੀ। ਘਰ ਬੈਠ ਕੇ ਬੇਟਾ ਬਿਨਾਂ ਕੁਝ ਕੀਤੇ ਨਹੀਂ ਕਲੈਰਿਟੀ ਮਿਲਦੀ, ਥੋੜੇ ਜਿਹੇ ਹੱਥ ਪੈਰ ਮਾਰਨੇ ਹੀ ਪੈਣੇ। ਕਲੀਅਰ ਹੈ ਜੀ? ਹੋਰ ਦੱਸੋ। ਸਿਵਲ ਇੰਜੀਨੀਅਰ, ਮੈਮ ਪਲੀਜ਼ ਟੈਲ ਮੀ ਹਾਊ ਟੂ ਬਿਕਮ ਅ ਸਿਵਲ ਇੰਜੀਨੀਅਰ। ਬੇਟਾ ਸਿਵਲ ਇੰਜੀਨੀਅਰਿੰਗ ਕਰਨ ਵਾਸਤੇ ਨਾ ਤੁਹਾਨੂੰ JEE ਦਾ ਐਗਜ਼ਾਮ ਦੇਣਾ ਪੈਣਾ, ਚੰਗੀ ਮੈਰਿਟ ਲੈਣੀ ਪੈਣੀ ਹੈ, ਬਹੁਤ ਚੰਗੇ ਮਾਰਕਸ ਲੈਣੇ ਪੈਣੇ ਹੈ, ਫਿਰ ਜਾ ਕੇ ਤੁਹਾਨੂੰ ਸਿਵਲ ਇੰਜੀਨੀਅਰਿੰਗ ਮਿਲੇਗੀ। ਹਰ ਕਾਲਜ ਵਿੱਚ ਸਿਵਲ ਇੰਜੀਨੀਅਰਿੰਗ ਹੁੰਦੀ ਹੈ। ਸਿਵਲ ਇੰਜੀਨੀਅਰਿੰਗ ਦੀ ਇੱਕ ਲਾਈਨ ਹੈ, ਠੀਕ ਹੈ, ਜਿਵੇਂ ਮਕੈਨੀਕਲ ਇੰਜੀਨੀਅਰਿੰਗ ਹੈ, ਸਿਵਲ ਇੰਜੀਨੀਅਰਿੰਗ ਹੈ, ਕੰਪਿਊਟਰ ਇੰਜੀਨੀਅਰਿੰਗ ਹੈ, ਇਲੈਕਟ੍ਰੀਕਲ ਇੰਜੀਨੀਅਰ ਹੈ, ਇਹ ਡਿਫਰੈਂਟ ਲਾਈਨਸ ਹੈ। ਤੁਸੀਂ ਕੋਈ ਵੀ ਲਾਈਨ ਸਿਲੈਕਟ ਕਰ ਸਕਦੇ ਹੋ, ਪਰ ਤੁਹਾਨੂੰ JEE ਕਲੀਅਰ ਕਰਨਾ ਪੈਣਾ ਤੇ ਬਹੁਤ ਵਧੀਆ ਰੈਂਕ ਲੈਣਾ ਪੈਣਾ। ਹਾਂਜੀ ਮੈਮ, will the arts student choose BBA? Yes, arts students can do BBA anytime. BBA ਕੋਈ ਵੀ ਬੱਚਾ ਕਰ ਸਕਦਾ ਹੈ। ਮੈਡੀਕਲ ਪੜ੍ਹ ਕੇ ਵੀ ਤੁਸੀਂ BBA ਕਰ ਸਕਦੇ ਹੋ, ਨਾਨ ਮੈਡੀਕਲ ਪੜ੍ਹ ਕੇ ਵੀ, ਕਾਮਰਸ ਪੜ੍ਹ ਕੇ ਵੀ, ਆਰਟਸ ਪੜ੍ਹ ਕੇ ਵੀ। मैम कैन वी डू BTech विदाउट टेकिंग JEE मेंस? देखो बेटा कुछ कॉलेजेस हैं ਜਿਹੜੇ JEE ਦੇ ਬਿਨਾ ਐਡਮਿਸ਼ਨ ਦਿੰਦੇ ਆ, ਪਰ ਉਹਨਾਂ ਦੀ ਫੀਸ ਫਿਰ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੇ ਤੁਹਾਨੂੰ +2 ਦੇ ਸਕੋਰ ਦੇ ਉੱਪਰ ਐਡਮਿਸ਼ਨ ਦਿੰਦੇ ਆ ਨਾ, ਉਹ JEE ਦਾ ਸਕੋਰ ਨਹੀਂ ਕੰਸੀਡਰ ਕਰਦੇ, ਉਹਨਾਂ ਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਇਸ ਤਰ੍ਹਾਂ ਜਾਣਾ ਚਾਹੁੰਦੇ ਹੋ ਤੁਸੀਂ ਜਾ ਸਕਦੇ ਹੋ। JEE ਦੇਣ ਦਾ ਬੈਸਟ ਜਿੰਨੇ ਵੀ ਗਵਰਨਮੈਂਟ ਕਾਲजेस ਹੈ ਨਾ ਇੰਜੀਨੀਅਰਿੰਗ ਵਾਲੇ, ਗਵਰਨਮੈਂਟ ਕਾਲजेस ਦੀ ਫੀਸ ਥੋੜੀ ਘੱਟ ਹੁੰਦੀ ਹੈ, ਉੱਥੇ ਸਾਨੂੰ ਬਹੁਤ ਸਾਰੀ ਸਕੋਲਰਸ਼ਿਪਸ ਵੀ ਮਿਲ ਜਾਂਦੀਆਂ। ਜੇ ਤੁਸੀਂ ਥੋੜੀ ਜਿਹੀ ਮਿਹਨਤ ਲਾ ਕੇ ਪੜ੍ਹ ਲਓ, JEE ਵਿੱਚ ਅੱਛਾ ਰੈਂਕ ਲੈ ਆਓ, ਤਾਂ ਤੁਹਾਨੂੰ ਇੰਡੀਆ ਦੇ ਬੈਸਟ ਇੰਜੀਨੀਅਰਿੰਗ ਕਾਲਜ ਵਿੱਚ ਈਜ਼ੀਲੀ ਐਡਮਿਸ਼ਨ ਮਿਲ ਸਕਦਾ ਹੈ। ਮੈਡੀਕਲ ਤੋਂ ਬਾਅਦ ਡਾਕਟਰ ਤੋਂ ਇਲਾਵਾ ਕੁਝ ਹੋਰ ਕਰ ਸਕਦੇ ਹਾਂ। ਹਾਂਜੀ, ਅੱਜ ਕੱਲ ਨਵੇਂ ਕੋਰਸਿਸ ਆ ਗਏ ਹੈ, ਜਿਵੇਂ ਤੁਸੀਂ ਡਾਈਟੀਸ਼ੀਅਨ ਬਣ ਸਕਦੇ ਹੋ, ਤੁਸੀਂ ਫਿਜ਼ੀਓਥੈਰੇਪਿਸਟ ਬਣ ਸਕਦੇ ਹੋ, ਤੁਸੀਂ ਕੈਮਿਸਟ ਆਪਣੀ ਮੈਡੀਸਿਨ ਦੀ ਦੁਕਾਨ ਖੋਲ ਸਕਦੇ ਹੋ, ਆਪਣੀ ਮੈਡੀਸਿਨ ਬਣਾ ਸਕਦੇ ਹੋ। ਇਹ ਬਹੁਤ ਸਾਰੇ ਨਵੇਂ ਪ੍ਰੋਫੈਸ਼ਨ ਆ ਗਏ। ਰਿਸਰਚ, ਜਿਵੇਂ ਕੋਵਿਡ ਆਇਆ, ਨਵੀਂ ਵੈਕਸੀਨੇਸ਼ਨ ਬਣੀ ਹੈ ਨਾ, ਕਿੰਨੇ ਬਣਾਈ, ਇਹ ਸਾਡੇ ਆਂਦੇ ਬਾਇਓਟੈਕਨੀਸ਼ੀਅਨਸ ਹੁੰਦੇ ਆ, ਅਸੀਂ ਉਹਨਾਂ ਨੂੰ ਬਾਇਓਟੈਕਨੋਲੋਜਿਸਟ ਕਹਿੰਦੇ ਹਾਂ, ਹੈ ਨਾ। ਇਹ ਮੈਡੀਕਲ ਦੇ ਬਾਅਦ ਹੀ ਹੁੰਦਾ ਹੈ। ਨਿਊਟ੍ਰੀਸ਼ਨਿਸਟ, ਜਿਵੇਂ ਅੱਜ ਕੱਲ ਤੁਸੀਂ ਦੇਖੋ ਲੋਕੀ ਡਾਈਟ ਪਲਾਨਸ ਦਿੰਦੇ ਆ, ਲੋਕੀ ਤੁਹਾਨੂੰ ਪਤਲਾ ਹੋਣ ਚ, ਤੁਹਾਨੂੰ ਹੈਲਦੀ ਬਣਨ ਚ ਹੈਲਪ ਕਰਦੇ ਆ, ਕੌਣ ਕਰਦੇ ਆ? ਉਹ ਨਿਊਟ੍ਰੀਸ਼ਨਿਸਟ ਕਰਦੇ ਆ। ਉਹ ਕਿਹਦੇ ਬਾਅਦ ਹੁੰਦਾ? ਮੈਡੀਕਲ ਦੇ ਬਾਅਦ ਹੁੰਦਾ। ਤੁਹਾਡੇ ਵਾਸਤੇ ਤੁਹਾਡੇ ਕੋਲ ਬਾਇਓ ਹੋਣੀ ਜ਼ਰੂਰੀ ਹੈ, ਠੀਕ ਹੈ। मैं थोड़े क्वेश्चंस ले रही हूँ बेटा। हाँ जी, जिनकी पेंसिल स्केचेस, एक बच्चे ने पूछा है मैम मेरी पेंसिल स्केचेस बहुत अच्छी हैं, मैं क्या रखूं? आप बेटा डिजाइन कोर्स की तरफ जाओ, जैसे इंटीरियर डिजाइन, फैशन डिजाइन, है ना, आजकल मल्टीमीडिया डिजाइन एक बहुत अच्छा कोर्स आ गया है, आप इस तरफ जाओ।
तो ये जब कोर्सेज में ना आपको बहुत सारे स्केचेस बनाने पड़ते हैं। सो जिन लोगों की ड्राइंग बहुत अच्छी है, जो बहुत अच्छी स्केचिंग करते हैं ना, वो करो बैचलर ऑफ डिजाइन। 4 साल का कोर्स होता है, ठीक है जी। MBBS ਲਈ ਤੁਹਾਨੂੰ PCB ਪੜ੍ਹਨਾ ਪਏਗਾ, ਫਿਜ਼ਿਕਸ ਕੈਮਿਸਟਰੀ ਬਾਇਓ, ਤੇ ਉਸ ਤੋਂ ਬਾਅਦ ਤੁਹਾਨੂੰ ਨੀਟ ਐਗਜ਼ਾਮ ਦੇਣਾ ਪਏਗਾ। ਆ ਮੈਂ ਲਿਖਿਆ ਅੱਜ ਜਿਵੇਂ ਸਾਡੇ ਇੰਡੀਆ ਵਿੱਚ ਨੀਟ ਦਾ ਐਗਜ਼ਾਮ ਹੋ ਰਿਹਾ, ਜਿਹੜੇ ਬੱਚਿਆਂ ਨੇ ਮੈਡੀਕਲ ਲਿੱਤੀ ਹੈ ਉਹ ਨੀਟ ਦਾ ਐਗਜ਼ਾਮ ਬੈਠ ਰਿਹਾ ਹੈ। 20 ਲੱਖ ਬੱਚਿਆਂ ਨੇ ਅੱਜ ਨੀਟ ਦਾ ਐਗਜ਼ਾਮ ਦਿੱਤਾ ਹੈ। ਜੇ ਉਹਨਾਂ ਦਾ ਨੀਟ ਦਾ ਐਗਜ਼ਾਮ ਕਲੀਅਰ ਹੋ ਜਾਂਦਾ ਹੈ, ਫਿਰ ਉਹਨਾਂ ਨੂੰ ਇੰਡੀਆ ਦੇ ਮੈਡੀਕਲ ਕਾਲਜਸ ਵਿੱਚ ਐਡਮਿਸ਼ਨ ਦਿੱਤਾ ਜਾਏਗਾ। ਅਗੇਨ ਜਿੰਨੇ ਅੱਛੇ ਤੁਹਾਡੇ ਮਾਰਕਸ ਆਣਗੇ, ਜਿੰਨਾ ਅੱਛਾ ਤੁਹਾਡਾ ਰੈਂਕ ਆਏਗਾ, ਉਨਾ ਅੱਛਾ ਤੁਹਾਨੂੰ ਕਾਲਜ ਮਿਲੇਗਾ, ਠੀਕ ਹੈ ਜੀ। ਹਾਂਜੀ, ਮੈਥਸ ਕੋਈ ਮੈਨੂੰ ਪੁੱਛ ਰਿਹਾ, ਦੇਖੋ ਜਿਹੜੇ ਬੱਚਿਆਂ ਨੇ ਕੱਲ ਨੂੰ ਬਾਹਰ ਜਾਣਾ, ਸਪੈਸ਼ਲੀ ਕੈਨੇਡਾ ਜਾਣਾ, ਤੁਹਾਨੂੰ ਮੈਥਸ ਪੜ੍ਹਨਾ ਹੀ ਪੈਣਾ ਹੈ। ਮੈਥਸ ਤੋਂ ਬਿਨਾ ਕੈਨੇਡਾ ਜਾਣਾ ਬਹੁਤ ਜ਼ਿਆਦਾ ਔਖਾ ਹੈ। ਜਿਹੜੇ ਬੱਚੇ ਸੋਚ ਰਹੇ ਹੈ ਕਿ ਮੈਂ ਆਪਣੀ ਪੜ੍ਹਾਈ ਤੋਂ ਬਾਅਦ ਬਾਹਰ ਚਲੇ ਜਾਣਾ, ਫਿਰ ਤੁਸੀਂ ਮੈਥਸ ਜ਼ਰੂਰ ਰੱਖਿਓ ਆਪਣੇ ਕੋਲ, ठीक है। इंग्लिश पढ़नी वधिया लगती है, जे तुहानू इंग्लिश पढ़नी वधिया लगती है, फिर तुसी न्यूज़ रिपोर्टर बन जाओ, तुसी जर्नलिज्म दा कोर्स कर सकते हो, तुसी इंग्लिश दी टीचर बन सकते हो, है ना। तुसी आजकल जेडे लोग लिखन दा काम बहुत चलदा पिया, तुसी बुक्स लिख सकते हो, जेडे लोग की बुक्स लिखते हैं उन्हां दी एडिटिंग कर सकते हो, इहदे विच भी बहुत पैसा है। सीए की स्टडी कितने इयर्स की होती है बेटा? इसको करते करते मिनिमम 4 साल तो लग ही जाते हैं। साइंटिस्ट बनने वास्ते तुहाडी फिजिक्स मैथ्स बहुत ज्यादा स्ट्रॉन्ग होनी चाहिए। साइंटिस्ट कोई भी बन सकता है, तुहाडा कोई भी सब्जेक्ट स्ट्रॉन्ग है। साइंटिस्ट बनने वास्ते तुहानू रिसर्च बहुत करनी पैंदी है, और तुसी किसी भी सब्जेक्ट के बाद कर सकते हो, फिजिक्स के बाद, केमिस्ट्री के बाद, बायो के बाद, मैथ्स के बाद, किसी भी तरह। सो तुहानू फिजिक्स बहुत अच्छी होनी चाहिए, मैथ्स बहुत अच्छा होना चाहिए। ਜਿਹੜੇ ਬੱਚਿਆਂ ਨੇ बेटा ਮੈਡੀਕਲ ਰੱਖੀ ਹੈ ਪਰ ਮੈਨੂੰ ਨਹੀਂ ਸਮਝ ਆ ਰਿਹਾ ਮੈਂ ਕੀ ਅੱਗੇ ਕੀ ਕਰਾਂ, बेटा ਤੁਸੀਂ ਨਰਸਿੰਗ ਦਾ ਕੋਰਸ ਕਰ ਸਕਦੇ ਹੋ, ਹੋਮ ਸਾਇੰਸ ਦਾ ਕੋਰਸ ਕਰ ਸਕਦੇ ਹੋ, ਬਾਇਓਟੈਕਨੋਲੋਜੀ ਕਰ ਸਕਦੇ ਹੋ, ਫੂਡ ਐਂਡ ਪ੍ਰੋਡਕਸ਼ਨ ਇੰਜੀਨੀਅਰਿੰਗ ਕਰ ਸਕਦੇ ਹੋ। ਆਪਣੇ ਲੁਧਿਆਣੇ ਵਿੱਚ PAU ਹੈ, ਉੱਥੇ ਬਹੁਤ ਵਧੀਆ ਕੋਰਸਿਸ ਹੈ, ਐਗਰੀਕਲਚਰ ਇੰਜੀਨੀਅਰਿੰਗ है ना, एग्रीकल्चर टेक्नीशियन, इदां दे बहुत वधिया कोर्सेज है अपने PAU दे विच, तुसी वो ट्राई करो। IPS बनने वास्ते तुहानू बेटा एग्जाम देना पैंदा है UPSC दा ही। सिंगर दे नाल साइकोलॉजिस्ट किवें बन सकते हो बेटा? तुहानू साइकोलॉजी सब्जेक्ट पढ़ना पेगा। पहले तुहानू BA साइकोलॉजी करनी पेगी, फिर तुहानू MA साइकोलॉजी करनी पेगी, फिर PhD करनी पेगी। हाउ टू बिकम अ साइंस टीचर? बेटा अपनी साइंस नू चंगी तरह पढ़ो, फिर तुसी टीचिंग दा कोर्स कर सकते हो, जिवें तुसी B.Ed दा एग्जाम दो या तुसी UGC क्लियर करो, है ना। जे तुसी किसी कॉलेज विच टीचर लगने तो तुहानू UGC दा एग्जाम देना पैना है। जे तुसी स्कूल विच टीचर बनना है फिर तुहानू B.Ed दा एग्जाम देना पैना है। फिर तुहानू PGT TGT ये टीचिंग दे कोर्सेज आंदे हैं, वो तुहानू करने पैने हैं। नाले तुहानू कंप्यूटर भी सीखना पैना है। हाउ टू बिकम अ फुटबॉल प्लेयर कैसे बन सकते हैं बेटा? जितनी फुटबॉल खेल सकते हो खेलो, यू कैन बिकम अ फुटबॉल प्लेयर। अगर स्पोर्ट्स में जाना है तो आपको दिन रात उस गेम की प्रैक्टिस करनी पड़ेगी, तभी आप उस टीम में जाके सिलेक्ट होने के चांस रखते हो, ठीक है जी। बाकी सारे क्वेश्चन बेटा जी रिपीट हो रहे हैं। सॉफ्टवेयर इंजीनियर वास्ते तुहानू कंप्यूटर इंजीनियरिंग, आजकल बहुत चंगा एक प्रोफेशन चल रहा है डेटा साइंसिस। ये मैथ्स बेस्ड प्रोफेशन है। जे किसी दा मैथ स्ट्रॉन्ग है और किसी नू कंप्यूटर बहुत अच्छा लगता है तो तुसी डेटा साइंस विच जाओ। कॉर्पोरेट लॉयर बच्चे तुहानू BCom LLB करनी पैनी है। BSc नर्सिंग करनी है तो तुहानू मेडिकल रखना पैना है। फिजिक्स केमिस्ट्री बायो पढ़नी पैनी है।
रॉ एजेंट वास्ते बेटा तुहानू पुलिस विच आई मीन तुसी चाहे आर्मी च चले जाओ, चाहे नेवी च चले जाओ, चाहे पुलिस विच चले जाओ, इदां दे प्रोफैशन विच जाना पैना है ਤਾਂ जाके ਇਹਦੇ ਅੱਗੇ एग्जाम्स ਹੁੰਦੇ ਆ, ਬਹੁਤ ਸਾਰੇ ਟੈਸਟ ਹੁੰਦੇ ਆ ਜਿਹੜੇ ਤੁਹਾਨੂੰ ਪਾਸ ਕਰਨੇ ਪੈਂਦੇ ਆ ਤਾਂ ਜਾ ਕੇ ਤੁਸੀਂ ਕਿਤੇ ਰॉ ਏਜੰਟ ਬਣਦੇ ਹੋ। ਬੜੀ ਲੰਬੀ ਜਰਨੀ ਹੈ, ਉੱਥੇ ਤੱਕ ਪਹੁੰਚਣ ਵਾਸਤੇ ਤੁਹਾਨੂੰ ਬਹੁਤ ਸਾਰੇ ਇਮਤਿਹਾਨ ਪਾਸ ਕਰਨੇ ਪੈਂਦੇ ਆ। मैम विच स्ट्रीम इज बेस्ट फॉर लेस स्पीकर? जो इंसान बात करना पसंद नहीं करते उनके लिए मैं वो काम बोलूंगी, लेट्स से ਤੁਸੀਂ ਬੈਂਕਿੰਗ ਦੀ ਜੌਬ ਲੱਭ ਸਕਦੇ ਹੋ, ਹੈ ਨਾ, ਤੁਸੀਂ ਆਪਣੇ ਡਿਜ਼ਾਈਨਿੰਗ ਵੱਲ ਜਾ ਸਕਦੇ ਹੋ, ਬਿਕੋਜ਼ ਤੁਸੀਂ ਉੱਤੇ ਕੰਪਿਊਟਰ ਦੇ ਅੱਗੇ ਬੈਠ ਕੇ ਡਿਜ਼ਾਈਨਿੰਗ ਹੀ ਕਰਨੀ ਹੈ, ਤੁਹਾਨੂੰ ਲੋਕਾਂ ਨਾਲ ਗੱਲ ਬਹੁਤ ਕਮ ਘੱਟ ਕਰਨੀ ਪੈਣੀ ਹੈ, ਬਟ ਗੱਲ ਕਿਤੇ ਬਿਨਾ ਜ਼ਿਆਦਾ ਗੁਜ਼ਾਰਾ ਨਹੀਂ ਹੁੰਦਾ, ਸੋ ਥੋੜੇ ਬਹੁਤੇ ਤਾਂ ਬੋਲਣਾ ਹੀ ਪਏਗਾ ਬੇਟਾ। ਹਾਂਜੀ, ਪਾਇਲਟ ਬਣਨ ਵਾਸਤੇ ਤੁਹਾਡੇ ਕੋਲ ਫਿਜ਼ਿਕਸ ਤੇ ਮੈਥਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਹੀ ਤੁਸੀਂ ਪਾਇਲਟ ਬਣ ਸਕਦੇ ਹੋ। ਪਲੱਸ ਤੁਹਾਡੀ ਬਾਡੀ ਬਹੁਤ ਸਟਰੋਂਗ ਹੋਣੀ ਚਾਹੀਦੀ ਹੈ, ਬਿਕੋਜ਼ ਇਹਦੇ ਵਿੱਚ ਮੈਡੀਕਲ ਫਿਟਨੈਸ ਦਾ ਟੈਸਟ ਹੁੰਦਾ ਹੈ। ਤੁਹਾਡੀ ਹਾਈਟ ਚੰਗੀ ਹੋਣੀ ਚਾਹੀਦੀ ਹੈ, ਤੁਹਾਡੀ ਆਈਸਾਈਟ ਬਹੁਤ ਚੰਗੀ ਹੋਣੀ ਚਾਹੀਦੀ ਹੈ, ਤਾਂ ਜਾ ਕੇ ਤੁਸੀਂ ਪਾਇਲਟ ਬਣ ਸਕਦੇ ਹੋ। ਔਰ ਇਹਦੇ ਵਾਸਤੇ ਤੁਹਾਨੂੰ ਘੱਟੋ ਘੱਟ ਮੈਨੂੰ ਲੱਗਦਾ ਹੈ 120 ਘੰਟਿਆਂ ਦੀ ਟ੍ਰੇਨਿੰਗ ਕਰਨੀ ਪੈਂਦੀ ਹੈ ਜਹਾਜ਼ ਉਡਾਣ ਦੀ। ਹਾਂਜੀ, ਮੈਨੂੰ ਲੱਗਦਾ ਮੈਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ ਤੁਹਾਨੂੰ। Ma'am, can medical student do LLB, BBA, and can they become IS and IPS officer? Yes, you can. Yes. Can we take admission in BSc without NEET exam? Yes. कैनेडा जान की स्ट्रीम ले सकते हैं, जेड़ी मर्जी स्ट्रीम ले लो, पर मैथ्स रखियो अपने कोल। नॉन मेडिकल दे बाद तुसी की कर सकते हो? नॉन मेडिकल दे बाद तुसी इंजीनियरिंग कर सकते हो, तुसी BSc फिजिक्स पढ़ सकते हो, तुसी BSc साइंस पढ़ सकते हो, तुसी BSc मैथ्स कर सकते हो, फिर तुसी MSc तुसी टीचर बन सकते हो फिजिक्स केमिस्ट्री मैथ्स ते, क्योंकि जेड़ा भी बच्चा फिजिक्स केमिस्ट्री मैथ्स पढ़ता है वो जरूर ट्यूशन लांदा है, ते इस विच भी बहुत सारा पैसा है। एयर होस्टेस ਲਈ ਕੀ ਕਰਨਾ ਪੈਂਦਾ बेटा? एयर होस्टेस वास्ते ਤੁਹਾਨੂੰ ਆਪਣੀ ਪਰਸਨੈਲਿਟੀ ਤੇ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਹੈ। एयर होस्टेस ਦੀ ਵੀ ਟ੍ਰੇਨਿੰਗ ਹੁੰਦੀ ਹੈ ਨਾ, ਜਿੰਨੇ ਵੀ ਜਿਵੇਂ ਇੰਡੀਗੋ ਵਾਲੇ ਹੈ ਨਾ ਆਪਣੀ ਟ੍ਰੇਨਿੰਗ ਦਿੰਦੇ ਆ, ਤੁਹਾਨੂੰ ਉਹ ਟ੍ਰੇਨਿੰਗ ਲੈਣੀ ਪੈਣੀ ਹੈ, ਫਿਰ ਤੁਹਾਨੂੰ ਜਾ ਕੇ ਇੱਕ ਟੈਸਟ ਦੇਣਾ ਪੈਂਦਾ ਹੈ, ਫਿਰ ਤੁਹਾਨੂੰ ਉਹ ਸਰਟੀਫਿਕੇਟ ਮਿਲਦਾ ਹੈ ਜਿਸ ਦੇ ਅੰਡਰ ਤੁਸੀਂ 에ਅਰ ਹੋਸਟੈਸ ਬਣ ਸਕਦੇ ਹੋ। ਮੈਨੂੰ ਲੱਗਦਾ ਮੈਂ ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ, ਹੁਣ ਸਾਰੇ ਰਿਪੀਟ ਕੁਐਸਚਨ ਹੀ ਆ ਰਹੇ ਹੈ ਨਾ। ਤੇ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਐਡਵਾਈਸ ਹੈ, ਜੇ ਤੁਸੀਂ ਕੱਲ ਨੂੰ ਸਕਸੈਸਫੁਲ ਹੋਣਾ ਚਾਹੁੰਦੇ ਹੋ ਨਾ ਬੱਚੇ, ਤੁਹਾਨੂੰ ਮਿਹਨਤ ਅੱਜ ਤੋਂ ਹੀ ਕਰਨੀ ਪੈਣੀ ਹੈ। ਮਿਹਨਤ ਦਾ ਕੋਈ ਵੀ ਦੂਜਾ ਰੂਪ ਨਹੀਂ ਹੈ, ਮਿਹਨਤ ਹੀ ਹੈ। ਜੇ ਤੁਸੀਂ ਅੱਜ ਮਿਹਨਤ ਕਰ ਲੋਗੇ ਤੁਹਾਡਾ ਕੈਰੀਅਰ ਬਹੁਤ ਵਧੀਆ ਬਣ ਜਾਏਗਾ। ਇਹ ਮੇਰਾ ਤਜਰਬਾ ਕਹਿੰਦਾ ਹੈ, ਜਿਹੜੇ ਬੱਚੇ ਘੱਟ ਮਿਹਨਤ ਕਰਦੇ ਆ ਉਹ ਬਾਅਦ ਚੋਂ ਜਾ ਕੇ ਉਹਨਾਂ ਨੂੰ ਬਹੁਤ ਧੱਕੇ ਖਾਣੇ ਪੈਂਦੇ ਆ, ਲੇਕਿਨ ਜਿਹੜੇ ਬੱਚੇ ਛੋਟੇ ਹੁੰਦੇ ਤੋਂ ਹੀ ਮਿਹਨਤ ਕਰਦੇ ਆ ਉਹਨਾਂ ਦਾ ਕੈਰੀਅਰ ਬਹੁਤ ਵਧੀਆ ਬਣਦਾ। ਠੀਕ ਹੈ ਜੀ, ਸੋ ਮਿਹਨਤ ਕਰੋ, ਜਿੰਨਾ ਮਰਜ਼ੀ ਆਪਣੀ ਕਿਤਾਬਾਂ ਪੜ੍ਹੋ, ਰੱਬ ਦੀ ਕਿਤਾਬਾਂ ਵੀ ਪੜ੍ਹਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਆਪਣੇ ਰੱਬ ਦੇ ਉੱਪਰ ਤੁਸੀਂ ਵਿਸ਼ਵਾਸ ਰੱਖੋ, ਤੁਹਾਡਾ ਕੈਰੀਅਰ ਬਹੁਤ ਵਧੀਆ ਬਣ ਸਕਦਾ ਹੈ। ਠੀਕ ਹੈ, ਕੱਲ ਨੂੰ ਜਿੰਨੇ ਮਰਜ਼ੀ ਸਕਸੈਸਫੁਲ ਹੋ ਜਾਓ, ਮੈਂ ਤੁਹਾਡੇ ਵਾਸਤੇ ਪ੍ਰੇ ਕਰਾਂਗੀ ਤੁਸੀਂ ਬਹੁਤ ਸਕਸੈਸਫੁਲ ਹੋ। ਤੁਸੀਂ ਸਕਸੈਸਫੁਲ ਹੋ ਜਾਂਦੇ ਹੋ, ਲੇਕਿਨ ਇਹ ਜਿਹੜੀ ਰੱਬ ਦੀ ਡੋਰ ਹੈ ਨਾ, ਆ ਜਿਹੜੀ ਤੁਸੀਂ ਪਕੜੀ ਹੋਈ ਹੈ, ਇਹਨੂੰ ਨਾ ਛੱਡਿਓ। ਫਿਰ ਤਰੱਕੀ ਹੈ, ਹਰ ਚੀਜ਼ ਵਿੱਚ ਤਰੱਕੀ ਹੈ। ਠੀਕ ਹੈ, ਹੋਰ ਦੱਸੋ, ਜੇ ਤੁਹਾਡਾ ਕੋਈ ਹੋਰ ਸਵਾਲ ਜਵਾਬ ਹੈ ਤਾਂ ਮੈਨੂੰ ਦੱਸੋ। ਹਾਂਜੀ, ਕਿਸੇ ਦਾ ਹੋਰ ਕੋਈ ਸਵਾਲ ਜਵਾਬ ਹੈ? ਕਿਸੇ ਨੂੰ ਲੱਗਦਾ ਹੈ ਕਿ ਮੈਂ ਉਹਦੇ ਸਵਾਲ ਦਾ ਜਵਾਬ ਨਹੀਂ ਦਿੱਤਾ? ਮੈਮ, ਸਾਨੂੰ ਕਿਸੇ ਹੋਰ ਕੰਟਰੀ ਵਿੱਚ ਜਾ ਕੇ ਜੌਬ ਕਰਨ ਲਈ 11-12 ਵਿੱਚ ਕਿਹੜੇ ਕੋਰਸ ਕਰਨੇ ਚਾਹੀਦੇ? ਬੇਟਾ ਜਿਹੜਾ ਮਰਜ਼ੀ ਕੋਰਸ ਕਰ ਲਓ, ਜੇ ਤੁਸੀਂ ਆਪਣੇ ਕੰਮ ਵਿੱਚ ਚੰਗੇ ਹੋ ਨਾ ਤਾਂ ਤੁਹਾਨੂੰ ਜੌਬ ਮਿਲ ਜਾਏਗੀ। ਜੇ ਤੁਸੀਂ ਬਾਹਰ ਜਾਣਾ ਹੈ ਨਾ, ਤੇ ਜਿਹੜੇ ITI ਦੇ ਡਿਪਲੋਮਾਸ ਹੁੰਦੇ ਆ ਨਾ, ਉਹਦੀ ਵੀ ਬਹੁਤ ਅਹਿਮੀਅਤ ਹੈ ਬਾਹਰ।
ਤੁਸੀਂ ਕੋਈ ਵੀ ਕੋਰਸ ਕਰ ਲਓ, ਤੁਸੀਂ ਕੰਪਿਊਟਰ ਚਲਾਉਣ ਦਾ ਕੋਰਸ ਕਰ ਲਓ, ਤੁਸੀਂ CAD CAM ਕੰਪਿਊਟਰ ਐਡਿਡ ਡਿਜ਼ਾਈਨਿੰਗ, ਕੰਪਿਊਟਰ ਐਡਿਡ ਮੈਨੂਫੈਕਚਰਿੰਗ, ਪਲੰਬਿੰਗ, ਏਦਾਂ ਦੇ ਕੋਰਸ ਕਰ ਲਓ। ਤੁਹਾਨੂੰ ਅੱਜ ਕੱਲ ਕੰਟਰੀਜ਼ ਜਿਵੇਂ ਜਰਮਨੀ ਹੋ ਗਈਆਂ ਹੈ ਨਾ, ਇਹਨਾਂ ਨੇ ਬਹੁਤ ਸਾਰੇ ਵੀਜ਼ੇ ਓਪਨ ਕੀਤੇ ਹੋਏ ਆ। ਤੁਹਾਨੂੰ ਉੱਥੇ ਕੋਈ ਵੀ ਨੌਕਰੀ ਈਜ਼ੀਲੀ ਮਿਲ ਸਕਦੀ ਹੈ ਜੇ ਤੁਹਾਡੇ ਕੋਲ ਇਹ ਕੋਰਸਿਸ ਹੈਗੇ। ਹੋਰ ਪੁੱਛੋ। ਮੈਮ ਇੱਕ ਕੁਐਸਚਨ ਅਰਮਾਨਦੀਪ, ਸਿਮਰਨਦੀਪ, ਹਾਂਜੀ ਨੇਵੀ ਬਾਰੇ ਕੁਝ ਦੱਸੋ। ਇੱਕ ਕੁਐਸਚਨ ਕਿਹਦੇ ਬਾਰੇ? ਕਿਹਦੇ ਬਾਰੇ ਬੇਟਾ? मैम अबाउट नेवी। ਨੇਵੀ ਬੇਟਾ, ਨੇਵੀ ਪਹਿਲੇ ਤਾਂ ਕੁੜੀਆਂ ਨੇਵੀ ਵਿੱਚ ਨਹੀਂ ਜਾ ਸਕਦੀਆਂ ਸੀ, ਲੇਕਿਨ ਅੱਜ ਕੱਲ ਗਵਰਨਮੈਂਟ ਨੇ ਇਹਦੀ ਐਂਟਰੀ ਅਲਾਉ ਕਰਤੀ ਹੈ। ਤੇ ਤੁਹਾਨੂੰ ਇਹਦੇ ਵਾਸਤੇ ਐਨਡੀਏ ਦਾ ਐਗਜ਼ਾਮ ਦੇਣਾ ਪੈਂਦਾ ਹੈ +2 ਤੋਂ ਬਾਅਦ। ਠੀਕ ਹੈ, ਜਿਹੜੇ ਬੱਚਿਆਂ ਕੋਲ ਨਾਨ ਮੈਡੀਕਲ ਹੈਗਾ, ਫਿਜ਼ਿਕਸ ਤੇ ਮੈਥਸ, ਉਹ ਬੱਚੇ ਨੇਵੀ ਵਿੱਚ ਜਾ ਸਕਦੇ ਹੈ। ਲੈਟਸ ਸੇ ਜਿਹੜੇ ਬੱਚਿਆਂ ਕੋਲ ਨਾਨ ਮੈਡੀਕਲ ਨਹੀਂ ਹੈਗਾ, ਉਸ ਤੋਂ ਬਾਅਦ ਇੱਕ ਰਾਹ ਹੈਗਾ ਨੇਵੀ ਵਿੱਚ ਜਾਣ ਵਾਸਤੇ +2 ਤੋਂ ਬਾਅਦ। ਦੂਜਾ ਹੈਗਾ ਗ੍ਰੈਜੂਏਸ਼ਨ ਤੋਂ ਬਾਅਦ। ਤੁਸੀਂ 3 ਸਾਲ ਦੀ ਗ੍ਰੈਜੂਏਸ਼ਨ ਕਰੋ, ਉਹ ਕੋਈ ਵੀ ਕਰੋ, ਪਰ ਤੁਹਾਡੇ ਕੋਲ ਮੈਥਸ ਹੋਣਾ ਜ਼ਰੂਰੀ ਹੈ। ਫਿਰ ਇੱਕ ਐਗਜ਼ਾਮ ਆਉਂਦਾ CDS ਦਾ, ਤੁਸੀਂ ਉਹ ਐਗਜ਼ਾਮ ਦੇ ਸਕਦੇ। ਇਹ 2 ਤਰੀਕੇ ਹੈ ਨੇਵੀ ਵਿੱਚ ਜਾਣ ਵਾਸਤੇ। ਮੈਮ ਇੱਕ ਕੁਐਸਚਨ ਇਹ ਆ ਰਿਹਾ ਸੀ ਕਿ ਅਸੀਂ ਸੀਏ ਲਈ ਕਿਹੜੀ ਸਟਰੀਮ ਚੂਜ਼ ਕਰ ਸਕਦੇ ਹਾਂ, ਤੇ ਇੱਕ ਬੇਟਾ ਕਾਮਰਸ। ਤੇ ਇੱਕ ਸੀਏ ਅਸੀਂ ਫੋਰਨ ਦੇ ਵਿੱਚ ਕਰ ਸਕਦੇ ਹਾਂ ਜਾ ਕੇ। ਬੇਟਾ ਸੀਏ ਜਿਹੜਾ ਲਾਇਸੈਂਸ ਹੈ ਨਾ, ਉਹ ਸਿਰਫ ਇੰਡੀਆ ਵਿੱਚ ਐਪਲੀਕੇਬਲ ਹੈ। ਬਾਹਰ ਜਿਹੜੇ ਲਾਇਸੈਂਸ ਚੱਲਦੇ ਨੇ ਉਹ CFA ਜਾਂ CPA ਤੇ ਚੱਲਦੇ ਆ, ਉਹ ਤੁਹਾਨੂੰ ਉੱਥੇ ਜਾ ਕੇ ਕਰਨੀ ਪੈਂਦੀ ਹੈ। ਠੀਕ ਹੈ ਜੀ। ਹੋਰ ਕੋਈ ਸਵਾਲ? ਬਹੁਤ ਲੋਕਾਂ ਨੇ ਹੱਥ ਖੜੇ ਕੀਤੇ ਹੋਏ ਆ, ਪਲੀਜ਼ ਤੁਸੀਂ ਪੁੱਛੋ ਇੱਕ ਇੱਕ ਕਰਕੇ। ਹਾਂਜੀ, ਅਰਮਨਦੀਪ ਕੌਰ EPP ਨੰਬਰ 16782, ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਹਾਂਜੀ ਵਾਹਿਗੁਰੂ। ਅਰਮਨਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਆਵਾਜ਼ ਬਹੁਤ ਲੋ ਆ ਰਹੀ ਹੈ ਜੀ। ਲੱਗਦਾ ਇਹਨਾਂ ਦੀ ਕੋਈ ਟੈਕਨੀਕਲ ਇਸ਼ੂ ਹੈ ਜੀ। ਆਪਾਂ ਅਗਲਾ ਸਟੂਡੈਂਟ ਲੈ ਲੈਨੇ ਆ। ਸਿਮਰਨਦੀਪ ਕੌਰ ਜੀ, ਆਪਣੇ ਆਪ ਨੂੰ ਅਨਮਿਊਟ ਕਰੋ ਜੀ। ਸਿਮਰਨਦੀਪ ਕੌਰ। ਬੇਨਤੀ ਹੈ ਜੀ, ਜਿਨ੍ਹਾਂ ਨੇ ਹੈਂਡ ਰੇਜ਼ ਕੀਤੇ ਆ ਪਲੀਜ਼ ਉਹ ਆਪਣਾ ਜਿਹੜਾ ਅਨਮਿਊਟ ਕਰਨ ਮਾਈਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ BSc ਤੋਂ ਬਾਅਦ ਚ ਆਪਾਂ ਜੇ MSc ਨਾ ਕਰਨੀ ਹੋਵੇ, ਇਸ ਤੋਂ ਇਲਾਵਾ ਆਪਾਂ ਹੋਰ ਕੁਝ ਕੀ ਕਰ ਸਕਦੇ ਹਾਂ? BSc ਤੋਂ ਬਾਅਦ ਹਾਂਜੀ ਬੇਟਾ, ਤੁਸੀਂ MBA ਵੀ ਕਰ ਸਕਦੇ ਹੋ, MSc ਵੀ ਕਰ ਸਕਦੇ ਹੋ, MA ਵੀ ਕਰ ਸਕਦੇ ਹੋ। ਇਹ ਡਿਪੈਂਡ ਕਰਦਾ ਕਿਹੜੇ ਸਬਜੈਕਟ ਵਿੱਚ ਕਰਨੀ ਹੈ। ਇਹ ਤੁਹਾਡਾ ਇੰਟਰਸਟ ਹੈ, ਤੁਸੀਂ ਕੋਈ ਵੀ ਇੰਟਰਸਟ ਸਬਜੈਕਟ ਪਕੜ ਕੇ ਨਾ ਉਹਦੇ ਵਿੱਚ ਸਪੈਸ਼ਲਾਈਜੇਸ਼ਨ ਕਰ ਸਕਦੇ ਹੋ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਨਾਨ ਮੈਡੀਕਲ ਕਰਦੀ ਹਾਂ +2 ਚ, ਐਂਡ ਮੈਂ ਪੋਇਮ ਵਗੈਰਾ, ਪੋਇਮ, ਸਟੋਰੀਜ਼, ਸ਼ਾਇਰੀਜ਼ ਵੀ ਵਧੀਆ ਲਿਖ ਲੈਂਦੀ ਹਾਂ, ਪੈਨਸਿਲ ਸਕੈਚਿੰਗ ਵੀ ਵਧੀਆ ਵਾ, ਤੇ ਮੈਂ ਜਿਵੇਂ ਪੋਇਮਸ ਵਗੈਰਾ ਵੀ ਲਿਖ ਲੈਂਦੀ ਹਾਂ। ਸੋ ਮੈਂ ਅੱਗੇ ਕੀ ਕਰਾਂ ਇਹਦੇ ਲਈ? ਬੇਟਾ ਅੱਜ ਕੱਲ ਨਾ ਇੱਕ ਨਵਾਂ ਕਰੀਅਰ ਚੱਲਿਆ, ਅਸੀਂ ਉਹਨੂੰ ਕਹਿੰਦੇ ਹਾਂ ਕੰਟੈਂਟ ਕ੍ਰੀਏਸ਼ਨ, ਹੈ ਨਾ। ਇਹਦੇ ਵਾਸਤੇ ਨਾ ਬੱਚਿਆਂ ਦੀ ਮਤਲਬ ਕਿ ਤੁਹਾਡੀ ਜਿਹੜੀ ਲਿਖਣ ਦੀ ਜਿਹੜੀ ਆਰਟ ਹੈ ਨਾ, ਇਹ ਬਹੁਤ ਵਧੀਆ ਹੋਣੀ ਚਾਹੀਦੀ ਹੈ। ਜੇ ਤੁਹਾਡੇ ਕੋਲ ਹੈਗੀ ਹੈ, ਜਿਵੇਂ ਅੱਜ ਕੱਲ ਤੁਸੀਂ ਹੁਣੇ ਹੀ ਟਰਾਈ ਕਰ ਸਕਦੇ ਹੋ। ਅੱਜ ਕੱਲ ਨਾ ਬਹੁਤ ਸਾਰੇ, ਹਾਂਜੀ ਮੈਂ ਇੱਕ ਪ੍ਰਤੀਲਿਪੀ ਐਪ ਆ, ਉਹਦੇ ਤੇ ਵੀ ਪਾਉਣੀ ਆ। ਅੱਛਾ ਜੀ, ਹਾਂ ਬੇਟਾ ਏਦਾਂ ਹੀ ਕਰਦੇ ਰਹੋ, ਤੁਹਾਨੂੰ ਪਤਾ ਲੱਗ ਜਾਏਗਾ। ਤੁਹਾਨੂੰ ਕਦੀ ਬਹੁਤ ਚੰਗਾ ਕੋਈ ਓਪਰਚੁਨਿਟੀ ਮਿਲ ਸਕਦੀ ਹੈ, ਕੋਈ ਵੀ ਕੰਪਨੀ ਤੁਹਾਡੇ ਕੋਲ ਆ ਸਕਦੀ ਹੈ। ਸਾਡੇ ਵਾਸਤੇ ਲਿਖੋ, ਦਿਸ ਇਜ਼ ਦ ਬੈਸਟ ਵੇ ਯੂ ਕੈਨ ਡੂ। ਯੂ ਕੈਨ ਲਰਨ ਦੈਟ ਪਾਰਟਿਕੂਲਰ ਲੈਂਗੁਏਜ। ਤੁਸੀਂ ਉਹ ਲੈਂਗੁਏਜ ਵਿੱਚ ਮਾਸਟਰੀ ਕਰੋ,
ਔਰ ਤੁਸੀਂ ਲਿਖਦੇ ਰਹੋ। ਬਹੁਤ ਸਾਰੇ ਮੈਗਜ਼ੀਨਸ ਆਉਂਦੇ ਆ, ਬਹੁਤ ਸਾਰੇ ਅੱਜ ਕੱਲ ਤਾਂ ਆਨਲਾਈਨ ਐਪਸ ਹੈ, ਉਹਨਾਂ ਵਾਸਤੇ ਲਿਖਦੇ ਰਹੋ। ਜਿੰਨਾ ਵਧੀਆ ਲਿਖੋਗੇ ਉਨਾ ਵਧੀਆ ਤੁਹਾਨੂੰ ਕੰਮ ਮਿਲੇਗਾ। ਐਂਡ ਮੈਮ ਜੇ ਇੰਟੀਰੀਅਰ ਡਿਜ਼ਾਈਨਿੰਗ ਵੀ ਕਰਾਂ ਤਾਂ ਉਹਦੇ ਨਾਲ ਅੱਗੇ ਕੀ ਮਿਲ ਸਕਦਾ ਵਾ ਵੀ ਮੇਰੀ ਬੇਟਾ ਇੰਟੀਰੀਅਰ ਡਿਜ਼ਾਈਨਰ ਜਿਹੜੇ ਹੁੰਦੇ ਆ ਨਾ, ਉਹ ਆਰਕੀਟੈਕਟ ਨਾਲ ਮਿਲ ਕੇ ਕੰਮ ਕਰਦੇ ਆ। ਜਿਵੇਂ ਜਿੰਨੇ ਵੀ ਘਰ ਬਣਦੇ ਆ, ਕੰਸਟਰਕਸ਼ਨ ਬਣਦੀ ਆ, ਉਹਨਾਂ ਨੂੰ ਹੋਰ ਨਿਖਾਰਨ ਵਾਸਤੇ ਨਾ ਸਾਨੂੰ ਇੰਟੀਰੀਅਰ ਡਿਜ਼ਾਈਨਰ ਹਾਇਰ ਕਰਨੇ ਪੈਂਦੇ ਆ। ਸੋ ਜਿਹੜੇ ਇੰਟੀਰੀਅਰ ਡਿਜ਼ਾਈਨਰ ਹੈ ਨਾ, ਉਹ ਇਸ ਤਰ੍ਹਾਂ ਦਾ ਕੰਮ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮੈਮ ਕਾਮਰਸ ਦਾ ਸਟੂਡੈਂਟ PGDCA ਕਰ ਸਕਦਾ ਹੈ? ਹਾਂਜੀ, ਕਾਮਰਸ ਤਾਂ ਹਾਂਜੀ ਕਰ ਸਕਦਾ ਹੈ। ਤੁਹਾਨੂੰ ਪਹਿਲੇ ਨਾ ਬੇਟਾ ਜਿਹੜਾ PGDCA ਕੋਰਸ ਹੈ ਨਾ, ਉਹ ਪੋਸਟ ਗ੍ਰੈਜੂਏਸ਼ਨ ਦਾ ਕੋਰਸ ਹੈ। ਪਹਿਲੇ ਤੁਹਾਨੂੰ ਕੁਝ ਗ੍ਰੈਜੂਏਸ਼ਨ ਵਿੱਚ ਕੰਪਿਊਟਰ ਰਿਲੇਟਡ ਕਰਨਾ ਪਏਗਾ, ਜਿਵੇਂ BCA ਕਰ ਲਓ ਜਾਂ BSc ਕਰ ਲਓ, ਉਸ ਤੋਂ ਬਾਅਦ ਤੁਸੀਂ PGDCA ਕਰੋ। ਠੀਕ ਹੈ। ਵੈਸੇ ਤਾਂ BCom ਦੇ ਬਾਅਦ ਵੀ PGDCA ਹੋ ਜਾਂਦੀ ਹੈ। ਓਕੇ ਮੈਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਮੈਡੀਕਲ ਤੋਂ ਬਾਅਦ 에ਅਰ ਹੋਸਟਸ ਬਣ ਸਕਦੇ ਆ? ਹਾਂਜੀ ਬਣ ਸਕਦੇ ਹੋ, ਬਿਲਕੁਲ ਬਣ ਸਕਦੇ ਹੋ। ਕੀ ਰੋਲ ਹੁੰਦਾ ਉਹਦੇ ਵਿੱਚ ਮੈਡੀਕਲ ਦਾ, 에ਅਰ ਨਹੀਂ, ਹੋਸਟਸ ਮੈਡੀਕਲ ਵਿੱਚ? ਦਾ ਕੋਈ ਰੋਲ ਨਹੀਂ ਹੁੰਦਾ, ਪਰ 에ਅਰ ਹੋਸਟਸ ਬਣਨ ਦੀ ਗੱਲ ਕਰ ਰਹੇ ਹੋ ਨਾ ਤੁਸੀਂ? ਹਾਂਜੀ ਮੈਮ। ਬੇਟਾ ਉਹ ਟ੍ਰੇਨਿੰਗ ਲੈਣੀ ਪੈਂਦੀ ਹੈ। ਜਦੋਂ ਤੁਸੀਂ ਇੱਕ ਮਿਨੀਮਮ ਥੋੜੇ ਘੰਟਿਆਂ ਦੀ ਟ੍ਰੇਨਿੰਗ ਪੂਰੀ ਕਰ ਲੈਂਦੇ ਹੋ, ਤੁਸੀਂ 에ਅਰ ਹੋਸਟਸ ਕਦੋਂ ਵੀ ਬਣ ਸਕਦੇ ਹੋ। ਮੈਡੀਕਲ ਦਾ ਕੋਈ ਰੋਲ ਨਹੀਂ ਹੁੰਦਾ ਉਹਦੇ ਵਿੱਚ। ਮਤਲਬ ਟੈਸਟ ਕਿਵੇਂ ਦਾ ਹੁੰਦਾ ਹੈ? ਟੈਸਟ ਤਾਂ ਸਿੰਪਲ ਹੁੰਦਾ ਹੈ, ਪਰਸਨੈਲਿਟੀ ਦਾ ਟੈਸਟ ਹੁੰਦਾ ਹੈ। ਤੁਹਾਨੂੰ ਉਹ ਪ੍ਰੋਪਰ ਟ੍ਰੇਨਿੰਗ ਦਿੰਦੇ ਆ, ਕਿਵੇਂ ਚੱਲਣਾ ਹੈ, ਕਿਵੇਂ ਤਿਆਰ ਹੋਣਾ ਹੈ, ਕਿਵੇਂ ਗੱਲ ਕਰਨੀ ਹੈ, ਇਸ ਚੀਜ਼ ਦੀ ਟ੍ਰੇਨਿੰਗ ਮਿਲਦੀ ਹੈ। ਇਹ ਕਿੰਨੇ ਸਾਲ ਦਾ ਟੈਸਟ ਹੁੰਦਾ, ਮਤਲਬ ਕਿੰਨੇ ਕੁ ਚਿਰ ਦੇ ਵਿੱਚ ਆਪਾਂ ਪ੍ਰੀਪਰੇਸ਼ਨ ਕਰ ਸਕਦੇ ਇਹਦੀ? ਇਹ ਮੈਨੂੰ ਲੱਗਦਾ 8 ਜਾਂ 9 ਮਹੀਨੇ ਦਾ ਹੁੰਦਾ ਹੈ, 1 ਸਾਲ ਦਾ। ਠੀਕ ਹੈ। Good afternoon, ma'am. Good afternoon, beta. Ma'am, I want to become a doctor. And how Okay. become? You will have to take medical. ਤੁਹਾਨੂੰ ਫਿਜ਼ਿਕਸ, ਕੈਮਿਸਟਰੀ, ਬਾਇਓ ਪਹਿਲੇ 10th ਦੇ ਬਾਅਦ ਸਬਜੈਕਟ ਲੈਣੇ ਪੈਣੇ ਹੈ। ਜੇ ਇੰਡੀਆ ਵਿੱਚ ਕਰਨਾ ਹੈ, ਫਿਰ ਤੁਹਾਨੂੰ ਨੀਟ ਦਾ ਐਗਜ਼ਾਮ ਦੇਣਾ ਪੈਣਾ ਹੈ, ਔਰ ਉਹਦੇ ਵਿੱਚ ਬਹੁਤ ਚੰਗੇ ਮਾਰਕਸ ਲੈਣੇ ਪੈਣੇ ਹੈ। Okay, ma'am. Thank you, ma'am. ਹਾਂਜੀ, ਪ੍ਰਪ੍ਰੀਤ ਕੌਰ ਜੀ। ਮੈਮ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਮ ਐਵੇਂ ਪੁੱਛਣਾ ਸੀ, ਮੈਮ IPS ਲਈ UPSC ਦਾ ਐਗਜ਼ਾਮ ਦੇਣਾ ਪੈਂਦਾ, ਮੈਮ ਉਹ ਕਿਹੜੀ ਕਲਾਸ ਤੋਂ ਬਾਅਦ ਦੇਣਾ ਪੈਂਦਾ ਜਾਂ ਵੀ? ਬੇਟਾ ਉਹ ਗ੍ਰੈਜੂਏਸ਼ਨ ਤੋਂ ਬਾਅਦ ਦੇਣਾ ਪੈਂਦਾ ਹੈ। +2 ਕਰ ਲੋਗੇ, ਫਿਰ ਤੁਹਾਨੂੰ 3 ਸਾਲ ਦੀ ਕੋਈ ਗ੍ਰੈਜੂਏਸ਼ਨ ਕਰਨੀ ਪਏਗੀ, ਜਾਂ BA ਜਾਂ BBA ਜਾਂ BCom, ਫਿਰ ਉਸ ਤੋਂ ਬਾਅਦ UPSC ਦਾ ਐਗਜ਼ਾਮ ਦਿੱਤਾ ਜਾਂਦਾ ਹੈ। ਅਬਰੋਡ ਵਿੱਚ ਜਾਣ ਲਈ ਕਿਹੜੀ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ? ਮੈਮ ਇਹਨਾਂ ਤਿੰਨਾਂ ਚੋਂ ਮੈਮ ਕਿਹੜੀ ਜ਼ਰੂਰੀ ਹੈ ਦੇਣੀ? ਬੇਟਾ BA ਕਰ ਲੋਗੇ ਤਾਂ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ, ਲਾਅ ਕਰ ਲੋਗੇ ਤਾਂ ਵੀ ਸੌਖਾ ਹੋ ਜਾਂਦਾ ਹੈ। ਓਕੇ, ਥੈਂਕ ਯੂ ਮੈਮ। ਹਾਂਜੀ, ਹੋਰ ਦੱਸੋ? ਵਾਹਿਗੁਰੂ ਜੀ, ਕੋਈ ਹੋਰ ਸਵਾਲ ਜਵਾਬ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਮੈਮ ਅਸੀਂ ਫੋਰਨ ਵਿੱਚ CPA ਕਿਵੇਂ ਕਰ ਸਕਦੇ ਹਾਂ? ਬੇਟਾ ਪਹਿਲੇ ਤੁਹਾਨੂੰ 3 ਸਾਲਾਂ ਦੀ ਕੋਈ ਗ੍ਰੈਜੂਏਸ਼ਨ ਕਰਨੀ ਪਏਗੀ। ਜਿਵੇਂ ਤੁਸੀਂ BCom ਕਰ ਲਓ ਤਾਂ ਬਹੁਤ ਵਧੀਆ। ਉਸ ਤੋਂ ਬਾਅਦ ਤੁਹਾਨੂੰ ਉੱਥੇ ਜਾ ਕੇ CPA। ਹਾਂਜੀ ਮੈਮ ਇੰਡੀਆ 'ਚ ਕਰਨੀ ਪੈਣੀ ਹੈ? ਇੰਡੀਆ 'ਚ ਕਰ ਲਓ, ਬਾਹਰ ਕਰ ਲਓ, ਜਿੱਥੇ ਮਰਜ਼ੀ ਕਰ ਲਓ। ਚਾਹੇ ਇੰਡੀਆ 'ਚ CA ਕਰ ਲਓ, ਉੱਥੇ ਜਾ ਕੇ ਤੁਹਾਨੂੰ CPA ਦੇ ਪੇਪਰ ਦੇਣੇ ਪੈਣੇ। ਠੀਕ ਹੈ ਮੈਮ, CPA ਦੀ ਤਿਆਰੀ ਉੱਥੇ ਵੀ ਹੋ ਜਾਂਦੀ ਹੈ? ਹਾਂਜੀ ਹੋ ਜਾਂਦੀ ਹੈ, ਆਨਲਾਈਨ ਵੀ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਵਾਹਿਗੁਰੂ ਜੀ, ਨਰਸ ਬਾਰੇ ਥੋੜਾ ਦੱਸੋ ਜੀ। ਕਿਸ ਬਾਰੇ ਦੱਸਾਂ? ਮੈਮ ਨਰਸ ਵਾਸਤੇ ਬੇਟਾ ਨਰਸਿੰਗ ਦਾ ਕੋਰਸ ਤੁਹਾਨੂੰ BSc ਨਰਸਿੰਗ,
ਏਦਾਂ ਦੇ ਕੋਰਸ ਕਰਨੇ ਪੈਂਦੇ ਆ, ਜਿਵੇਂ ਲੁਧਿਆਣੇ ਵਿੱਚ ਵੀ ਡੀਐਮਸੀ ਵਿੱਚ ਹੋ ਜਾਂਦਾ ਹੈ, ਇੱਥੇ ਗੁਰੂ ਅੰਗਦ ਦੇਵ ਜੀ ਦਾ ਵੀ ਨਰਸਿੰਗ ਦਾ ਹਸਪੀਟਲ ਹੈ। ਤੁਹਾਨੂੰ ਪ੍ਰੋਪਰ ਡਿਗਰੀ ਕਰਨੀ ਪੈਣੀ ਹੈ, ਟ੍ਰੇਨਿੰਗ ਲੈਣੀ ਪੈਣੀ ਹੈ, ਉਸ ਤੋਂ ਬਾਅਦ ਤੁਸੀਂ ਨਰਸ ਦਾ ਕੰਮ ਕਰ ਸਕਦੇ ਹੋ। ਮੈਮ ਨਰਸਿੰਗ ਦਾ, ਹਾਂਜੀ, +2 ਦੇ ਵਿੱਚ ਕਿਹੜਾ ਕੋਰਸ ਰੱਖ ਸਕਦੇ ਆ? ਮੈਡੀਕਲ? ਮੈਡੀਕਲ ਬੱਚੇ ਪੰਜਾਬ ਫਿਜ਼ਿਕਸ, ਕੈਮਿਸਟਰੀ, ਬਾਇਓ। ਓਕੇ ਮੈਮ, ਥੈਂਕ ਯੂ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਨੂੰ ਪੁੱਛਣਾ ਸੀ ਦੀਦੀ ਵੀ BSc ਤੋਂ ਬਾਅਦ ਚ ਜੇ ਆਪਾਂ ਫੋਰਨ ਜਾਣਾ ਹੋਵੇ ਤਾਂ ਉਧਰ ਕਿਹੜੇ ਕੋਰਸਿਸ ਆਪਾਂ ਅਪਲਾਈ ਕਰ ਸਕਦੇ ਹਾਂ? ਬੇਟਾ ਡਿਪੈਂਡ ਕਰਦਾ ਹੈ ਤੁਸੀਂ ਕਿਹੜੇ ਸਬਜੈਕਟ ਵਿੱਚ BSc ਕਰ ਰਹੇ ਹੋ, ਹੈ ਨਾ। ਤੁਹਾਨੂੰ ਉਹੀ ਸਬਜੈਕਟ ਵਿੱਚ ਸਪੈਸ਼ਲਾਈਜ਼ ਹੋਣਾ ਪੈਣਾ, ਤਾਂ ਹੀ ਤੁਸੀਂ ਜਾ ਸਕਦੇ ਹੋ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ। ਮੈਂ ਪੁੱਛਣਾ ਸੀ ਜੀ ਵੀ ਫੋਰਨ ਜਾ ਕੇ ਅਸੀਂ ਟੀਚਰ ਕਿਸ ਤਰ੍ਹਾਂ ਬਣ ਸਕਦੇ ਹਾਂ? ਬੇਟਾ ਤੁਹਾਨੂੰ ਉੱਥੇ ਜਾ ਕੇ ਆਪਣੀ ਪੜ੍ਹਾਈ ਕਰਨੀ ਪੈਣੀ ਹੈ ਟੀਚਿੰਗ ਦੀ, ਤਾਂ ਹੀ ਜਾ ਕੇ ਤੁਸੀਂ ਉੱਥੇ ਟੀਚਰ ਬਣ ਸਕਦੇ ਹੋ। ਛੋਟੇ ਛੋਟੇ ਕੋਰਸਿਸ ਹੁੰਦੇ ਆ ਜਿਹੜੇ ਤੁਹਾਨੂੰ ਉੱਥੇ ਜਾ ਕੇ ਕਰਨੇ ਪੈਂਦੇ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। मैम मैं ये पूछना ਸੀ ਕਿ ਜੇ ਸੋਸ਼ਲ ਸਟੱਡੀਜ਼ ਮਤਲਬ ਥੋੜੀ ਬਹੁਤ ਆਰਟ ਤੇ ਅਕਾਊਂਟਸ ਤੇ IT ਦੇ ਵਿੱਚ ਇੰਟਰਸਟ ਹੋਵੇ ਤਾਂ ਬੈਸਟ ਕਿਹੜੀ ਆਪਸ਼ਨ ਹੈ ਜਿਹੜੀ ਸੇਫ ਵੀ ਹੋਵੇ? ਬੇਟਾ ਜੀ ਅੱਜ ਕੱਲ੍ਹ ਨਾ ਫਿਨਟੈਕ ਚੱਲ ਰਹੀ ਹੈ, ਜੇ ਤੁਹਾਨੂੰ ਪਤਾ ਹੋਏ। ਦਿਸ ਇਜ਼ ਫਾਈਨੈਂਸ ਪਲੱਸ ਟੈਕਨੋਲੋਜੀ ਪੁੱਟ ਟੂਗੇਦਰ। ਇਹ ਨਵਾਂ ਕੋਰਸ ਚੱਲਿਆ ਹੈ ਕ੍ਰਿਪਟੋ ਕਰੰਸੀ ਵਿੱਚ, ਬਿਟਕੋਇਨ। ਇਹ ਤੁਸੀਂ ਕਰ ਸਕਦੇ ਹੋ ਫਿਰ। ਮੈਮ ਮੈਮ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮੈਮ ਹਾਊ ਟੂ ਬਿਕਮ ਅ ਪੁਲਿਸ ਆਫਿਸਰ? ਹਾਊ ਟੂ ਬਿਕਮ ਅ ਪੁਲਿਸ ਆਫਿਸਰ? ਬੇਟਾ ਤੁਹਾਨੂੰ ਨਾ +2 ਦੇ ਬਾਅਦ ਕੁਝ ਐਗਜ਼ਾਮਸ ਹੁੰਦੇ ਆ, ਉਹ ਦੇਣੇ ਪੈਣੇ ਆ। ਟ੍ਰੇਨਿੰਗ ਹੁੰਦੀ ਹੈ, ਫਿਜ਼ੀਕਲ ਟ੍ਰੇਨਿੰਗ ਹੁੰਦੀ ਹੈ। ਯੂ ਹੈਵ ਟੂ ਬੀ ਅ ਗੁੱਡ ਸਪੋਰਟਸ ਪਲੇਅਰ, ਦੈਨ ਯੂ ਕੈਨ ਬਿਕਮ ਅ ਪੁਲਿਸ ਆਫਿਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਫੋਰਨ ਦੇ ਵਿੱਚ ਜਾ ਕੇ MBBS ਕਿੱਦਾਂ ਕਰ ਸਕਦੇ ਆ? ਕਿਹਦੇ ਵਿੱਚ ਜਾ ਕੇ? ਫੋਰਨ ਜਾ ਕੇ MBBS ਕਿੱਦਾਂ ਕਰ ਸਕਦੇ ਆ? ਬੇਟਾ ਫੋਰਨ ਜਾ ਕੇ ਨਾ MBBS ਬਹੁਤ ਲੰਬੀ ਹੋ ਜਾਂਦੀ ਹੈ। ਤੁਹਾਨੂੰ +2 ਦੇ ਬਾਅਦ ਸਟ੍ਰੇਟ MBBS ਵਿੱਚ ਐਡਮਿਸ਼ਨ ਨਹੀਂ ਮਿਲਦਾ। ਪਹਿਲੇ ਤੁਹਾਨੂੰ 4 ਸਾਲ ਕੋਈ ਕੋਰਸ ਕਰਨਾ ਪੈਂਦਾ ਹੈ ਮੈਡੀਕਲ ਰਿਲੇਟਡ ਹੀ, ਜਿਵੇਂ ਤੁਸੀਂ ਸਾਈਕੋਲੋਜੀ ਪੜ੍ਹ ਲਓ ਜਾਂ ਤੁਸੀਂ ਨਰਸਿੰਗ ਦਾ ਕੋਰਸ ਕਰ ਲਓ ਜਾਂ ਤੁਸੀਂ ਫਿਜ਼ੀਓਥੈਰੇਪੀ ਕਰ ਲਓ। ਉਸ ਤੋਂ ਬਾਅਦ ਤੁਹਾਨੂੰ ਇੱਕ ਐਗਜ਼ਾਮ ਦੇਣਾ ਪੈਂਦਾ, ਫਿਰ ਤੁਸੀਂ ਉਹਦੇ ਵਿੱਚ ਜਾਂਦੇ ਹੋ, ਮੈਡੀਕਲ ਸਾਇੰਸ ਵਿੱਚ MBBS ਕਰਦੇ ਹੋ। ਮੈਮ MBBS ਤੋਂ ਬਾਅਦ ਵੀ ਕੁਝ ਕਰਨਾ ਪੈਂਦਾ ਹੈ? ਹਾਂਜੀ ਬੇਟਾ, ਤੁਹਾਨੂੰ MD ਕਰਨੀ ਪੈਂਦੀ ਹੈ, MS ਕਰਨੀ ਪੈਂਦੀ ਹੈ। ਇਹ ਥੋੜਾ ਲੰਬਾ ਕਰੀਅਰ ਹੈ, ਬਹੁਤ ਲੰਬਾ ਹੈ। ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਮ ਲਾਇਰ ਬਣਨ ਦੇ ਲਈ ਕਿਹੜੀ ਸਟਰੀਮ ਚੂਜ਼ ਕਰਨੀ ਪਊਗੀ ਤੇ ਕਿਹੜੀ ਡਿਗਰੀ ਕਰਨੀ ਪਊਗੀ? ਹਿਊਮੈਨਿਟੀਜ਼ ਕਰਨੀ ਪਏਗੀ ਤੁਹਾਨੂੰ। BA LLB ਤੁਸੀਂ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਥ ਵਿੱਚ ਕਰੀਅਰ ਕਿਵੇਂ ਬਣਾਈਏ ਉਸ ਬਾਰੇ ਕੀ ਹੈ? ਦੁਬਾਰਾ ਬੋਲੋ। ਬੇਟਾ ਮੈਨੂੰ ਤੁਹਾਡਾ ਕੁਐਸਚਨ ਨਹੀਂ ਸਮਝ ਆਇਆ। ਹਾਂਜੀ ਮੈਂ ਇਹ ਕਲੀਅਰ ਹੈ ਕਿ ਮੈਥ ਵਿੱਚ ਕਰੀਅਰ ਬਣਾਉਣਾ ਹੈ, ਪਰ ਕਿਹੜਾ ਕਰੀਅਰ ਬਣਾਉਣਾ ਮੈਂ ਉਹ ਨਹੀਂ ਕਲੀਅਰ। ਮੈਥਸ ਤੇ ਕਰੀਅਰ? ਮੈਥਸ ਵਿੱਚ ਬੇਟਾ ਤੁਹਾਨੂੰ BSc ਮੈਥਸ MSc ਮੈਥਸ ਕਰਨੀ ਪੈਣੀ ਹੈ। ਹਾਂਜੀ ਸਿਮਰਨਦੀਪ ਕੌਰ ਜੀ। ਮੈਮ ਮੈਥਸ ਦੇ ਨਾਲ ਰਿਲੇਟਿਵ ਕੋਈ ਜੌਬਸ ਕਿਹੜੀਆਂ ਨੇ? ਬੇਟਾ ਟੀਚਿੰਗ ਦੀ ਜੌਬ ਹੈ, ਡਾਟਾ ਸਾਇੰਟਿਸਟ ਬਣ ਸਕਦੇ ਹੋ, ਰਿਸਰਚ ਵਿੱਚ ਜਾ ਸਕਦੇ ਹੋ। ਹਾਂਜੀ ਨੈਕਸਟ ਗੁਰਪ੍ਰੀਤ ਕੌਰ ਜੀ। ਮੈਮ ਅਸੀਂ ਐ ਪੁੱਛਣਾ ਸੀ ਵੀ ਟੀਚਰ ਬਣਨ ਲਈ ਕਿਹੜੀ ਸਟਰੀਮ ਲੈਣੀ ਪਊ ਤੇ ਵੀ ਉਸ ਤੋਂ ਬਾਅਦ ਕੀ ਕਰਨਾ ਪੈਂਦਾ? ਬੇਟਾ ਜਿਹੜਾ ਮਰਜ਼ੀ ਸਬਜੈਕਟ ਬਣ ਜਾਓ ਤੁਸੀਂ, ਉਹਦੇ ਵਿੱਚ ਜਿਹੜਾ ਮਰਜ਼ੀ ਸਬਜੈਕਟ ਪੜ੍ਹ ਲਓ, ਜਿਹੜਾ ਸਬਜੈਕਟ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਹਦੇ ਟੀਚਰ ਬਣ ਸਕਦੇ ਹੋ। ਮੈਮ ਆਰਟਸ ਤੋਂ ਬਾਅਦ ਵੀ ਟੀਚਿੰਗ ਕਰ ਸਕਦੇ? ਬਿਲਕੁਲ। ਓਕੇ ਥੈਂਕ ਯੂ ਮੈਮ।
Thank you. हाँ जी, सुखमनप्रीत कौर जी अपने आप ਨੂੰ ਅਨਮਿਊਟ ਕਰੋ ਜੀ। ਹੈਲੋ ਮੈਮ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਮੈਮ ਐਂਟਰਪ੍ਰੈਨਿਓਰ ਬਣਨ ਵਾਸਤੇ ਕੀ ਕਰਨਾ ਪਊਗਾ? ਬੇਬੀ ਵੈਸੇ ਤਾਂ ਬੱਚੇ ਐਂਟਰਪ੍ਰੈਨਿਓਰ ਬਣਨ ਵਾਸਤੇ ਤੁਹਾਨੂੰ ਕੁਝ ਨਹੀਂ, ਤੁਹਾਨੂੰ ਸਿਰਫ ਕੰਮ ਕਰਨਾ ਪੈਣਾ ਹੈ। ਵੈਸੇ ਅੱਜ ਕੱਲ ਕੋਰਸਿਸ ਆ ਗਏ ਆ ਜਿਹੜੇ ਐਂਟਰਪ੍ਰੈਨਿਓਰ ਬਣਾ ਦਿੰਦੇ ਆ, ਜਿਵੇਂ BBA MBA ਕਰੋ। ਓਕੇ ਮੈਮ। हाँ जी, प्रभजोत कौर जी। वाहिगुरू, थोड़ी आवाज नहीं आ रही जी। हाँ जी, EPP नंबर 17115। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ BSc ਨਰਸਿੰਗ ਕਰਕੇ ਉਸ ਤੋਂ ਬਾਅਦ MSc ਕਰਕੇ ਫਿਰ MBBS ਕਰਨੀ ਪੈਂਦੀ ਆ? BSc ਤੋਂ ਬਾਅਦ ਸਿੱਧਾ MBBS ਚ ਐਡਮਿਸ਼ਨ ਲੈ ਸਕਦੇ? BSc ਤੋਂ ਬਾਅਦ ਸਿੱਧਾ MBBS ਕਰ ਸਕਦੇ। हाँ जी, EPP नंबर 15271। मैम पुलिस बनने वास्ते केड़ा कोर्स करना पड़ेगा? ਬੇਟਾ ਇਹਦੇ ਵਾਸਤੇ ਨਾ ਟੈਸਟ ਹੁੰਦੇ ਆ, ਤੁਹਾਨੂੰ ਅੱਛੇ ਸਪੋਰਟਸ ਪਲੇਅਰ ਹੋਣਾ ਚਾਹੀਦਾ ਹੈ ਪੁਲਿਸ ਵਾਸਤੇ। हाँ जी, EPP नंबर 16827। मैम वाहिगुरू जी खालसा वाहिगुरू जी की फतेह जी। हाँ जी, वाहिगुरू बोलो जी। वाहिगुरु जी आवाज आ रही है? हाँ जी, वाहिगुरू जी। वाहिगुरु। हाँ जी, वाहिगुरू जी आवाज आ रही है जी, बोलो जी। मैं पुछना सीगा मैं हले 10th क्लास ਵਿੱਚ ਹੈਗੀ ਆ। ਹੁਣ ਮੈਂ ਅੱਗੇ ਮੈਂ ਸੋਚ ਰਹੀ ਹਾਂ ਸਾਈਕੋਲੋਜਿਸਟ ਦੇ ਨਾਲ ਮੈਂ ਸਿੰਗਰ ਬਣਾ, ਤਾਂ ਮੈਂ ਹੁਣ ਮੈਂ ਕੀ ਲਵਾਂ? ਤੁਸੀਂ BA ਵਿੱਚ ਸਾਈਕੋਲੋਜੀ ਲੈ ਲਓ, ਨਾਲ ਆਪਣੀ ਸਿੰਗਿੰਗ ਕਰਦੇ ਰਹੋ। ਓਕੇ, ਫਿਰ ਮੈਂ ਕਿਹੜੀ ਸਟਰੀਮ ਲਵਾਂਗੀ? ਤੁਸੀਂ BA ਤੁਸੀਂ ਹਿਊਮੈਨਿਟੀਜ਼ ਕਰ ਲਓ ਜਾਂ ਤੁਸੀਂ ਸਾਇੰਸ ਕਰ ਲਓ, ਦੋਨਾਂ ਨਾਲ ਸਾਈਕੋਲੋਜਿਸਟ ਬਣ ਸਕਦੇ ਹੋ। ਓਕੇ, ਫਿਰ ਅੱਗੇ ਜਾ ਕੇ ਸਿੰਗਿੰਗ ਦਾ ਕੀ ਕਰ ਸਕਦੇ ਹਾਂ? ਸਿੰਗਿੰਗ ਤਾਂ ਬੇਟਾ ਪ੍ਰੈਕਟਿਸ ਹੈ, ਤੁਸੀਂ ਨਾਲ ਨਾਲ ਕਰਦੇ ਰਹੋ। ਸਿੰਗਿੰਗ ਦਾ ਕੋਈ ਕੋਰਸ ਨਹੀਂ ਹੁੰਦਾ, ਉਹ ਤੁਹਾਡੀ ਪ੍ਰੈਕਟਿਸ ਹੈ। ਓਕੇ, ਠੀਕ ਹੈ। ਮੈਮ ਇੱਕ ਕਿ ਆਪਾਂ ਵਿਦ ਨਾਨ ਮੈਡੀਕਲ ਕਰ ਸਕਦੇ ਹਾਂ? ਹਾਂਜੀ ਬੇਟਾ, ਮੈਨੂੰ ਸਮਝ ਨਹੀਂ ਆਈ ਤੁਹਾਡੀ ਗੱਲ। ਮੈਮ ਆਪਾਂ ਆਫਟਰ ਨਾਨ ਮੈਡੀਕਲ ਕਰ ਸਕਦੇ ਹਾਂ? ਕਿਸ ਤੋਂ ਬਾਅਦ ਨਾਨ ਮੈਡੀਕਲ ਕਰ ਸਕਦੇ ਹਾਂ? ਮੈਮ ਆਫਟਰ ਨਾਨ ਮੈਡੀਕਲ ਆਪਾਂ LLB ਕਰ ਸਕਦੇ ਹਾਂ? ਹਾਂ, ਕਰ ਤਾਂ ਸਕਦੇ ਹੋ ਬੇਟਾ, ਕਰ ਸਕਦੇ ਹੋ, ਪਰ ਬੱਚਿਆਂ ਨੂੰ ਨਾ ਫਿਰ ਕੋਈ ਨੌਲੇਜ ਨਹੀਂ ਹੁੰਦੀ, ਕਿਉਂਕਿ ਜਿਹੜੀ ਨਾਨ ਮੈਡੀਕਲ BTech ਬਹੁਤ ਟੈਕਨੀਕਲ ਫੀਲਡ ਹੈ ਨਾ। ਫਿਰ ਤੁਸੀਂ ਸਾਈਬਰ ਲਾਅ ਵਿੱਚ ਜਾ ਸਕਦੇ ਹੋ LLB ਦੇ ਬਾਅਦ। हाँ जी, सिमरनदीप कौर जी। ਮੈਮ ਜਿਵੇਂ ਸਾਡਾ ਇੰਟਰਸਟ ਆਰਟ ਐਂਡ ਕਰਾਫਟ ਚ ਹੈ ਨਾ, ਅਸੀਂ ਉਹ ਤੋਂ ਅੱਗੇ ਕੀ ਕਰ ਸਕਦੇ ਹਾਂ 10th ਤੋਂ ਬਾਅਦ? ਬੇਟਾ ਮੈਨੂੰ ਸਮਝ ਨਹੀਂ ਆਈ, ਤੁਹਾਡਾ ਗੱਲ ਨਹੀਂ ਸਮਝ ਆ ਰਹੀ। हाँ जी, सिमरनदीप कौर जी रिपीट करो प्लीज अपना क्वेश्चन। ਮੈਮ ਇੱਕ ਕੁਐਸਚਨ ਆ, ਆਪਾਂ ਪੋਲੀਟੀਕਲ ਸਾਇੰਸ ਨਾਲ ਕਿਹੜੀ ਲਾਈਨ ਦੇ ਵਿੱਚ ਜਾ ਸਕਦੇ ਹਾਂ? ਲਾਅ ਵਿੱਚ ਜਾ ਸਕਦੇ ਹੋ ਬੇਟਾ, ਹੋਮ ਸਾਇੰਸ ਕਰ ਸਕਦੇ ਹੋ। ਹੋਮ ਸਾਇੰਸ ਕਹਿ ਰਹੀ ਹਾਂ, ਲਾਅ ਦੇ ਬਾਅਦ ਤੁਸੀਂ UPSC ਦਾ ਐਗਜ਼ਾਮ ਵੀ ਦੇ ਸਕਦੇ ਹੋ। ਐਂਡ ਮੈਮ ਇੱਕ ਕੁਐਸਚਨ ਹੈ ਸਮ ਪੈਰਾਨੋਰਮਲ ਐਕਟੀਵਿਟੀਜ਼ ਲਈ। ਨਾਰਮਲ ਐਕਟੀਵਿਟੀਜ਼
मैम पैरानॉर्मल एक्टिविटीज। ਉਹ ਨਹੀਂ ਮੈਨੂੰ ਪਤਾ ਬੱਚੇ। ਹਾਂਜੀ ਸੰਦੀਪ ਕੌਰ ਜੀ ਆਪਣੇ ਆਪ ਨੂੰ ਅਨਮਿਊਟ ਕਰੋ ਜੀ ਸੰਦੀਪ। ਹਾਂਜੀ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਮ ਮੈਂ ਪੁੱਛਣਾ ਸੀ ਵੀ ਪੋਲੀਟੀਕਲ ਸਾਇੰਸ ਇੰਗਲਿਸ਼ ਮੀਡੀਅਮ ਚ ਰਾਸ ਲਾਈਨ ਚ ਜਾ ਸਕਦੇ ਆ ਲੋ ਤੋਂ ਇਲਾਵਾ ਲਾ ਤੋਂ। ਪੋਲੀਟੀਕਲ ਸਾਇੰਸ ਬੇਟਾ ਸੋਸ਼ੀਓਲੋਜੀ ਪढ़ ਸਕਦੇ ਹੋ, ਇਕਨੋਮਿਕਸ ਪढ़ ਸਕਦੇ ਹੋ, ਇਹਦੇ ਨਾਲ यही करियर्स है। पॉलिटिक्स विच जा सकते हो। हाँ जी सरबजीत कौर जी। मैम होम साइंस आर्ट्स च हुंदी है? नहीं बेटा ਉਹਦੇ ਵਾਸਤੇ ਬਾਇਓ ਪੜ੍ਹਨੀ ਜ਼ਰੂਰੀ ਹੈ। कॉमर्स च? नहीं बच्चे बायो होनी जरूरी है। ठीक है। एक मैम क्वेश्चन आ रहा है पायलट ਲਈ ਕਿਹੜੀ ਸਟਰੀਮ ਚ ਜਾ ਸਕਦੇ ਆ? ਕਿਹਦੇ ਵਾਸਤੇ? मैम फॉर पायलट। पायलट नॉन मेडिकल। नॉन मेडिकल बच्चे एक लास्ट क्वेश्चन हुन मैं लवांगी क्योंकि मेरे लैपटॉप की बैटरी खत्म हो रही है। एक लास्ट क्वेश्चन हुन बस। मैम वाहिगुरू जी खालसा वाहिगुरू जी की फतेह जी। मैम मेरा क्वेश्चन ਸੀ ਕਿ ਕੀ ਬੈਸਟ ਹੈ ਜ਼ਿਆਦਾ आईएएस ऑफिसर या एमबीबीएस डॉक्टर? बेटा नहीं एक कोई भी बेस्ट, दोनों चीजें अपने आप च बेस्ट है। जो तुसी करना चाहते हो तुसी करो, ठीक है। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸੰਗਤ ਦਾ ਸੌਰੀ ਮੈਮ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇੰਨਾ ਕੁ ਜ਼ਿਆਦਾ ਵਧੀਆ ਕੈਰੀਅਰ ਗਾਈਡੈਂਸ ਤੇ ਸਾਨੂੰ ਸੈਸ਼ਨ ਦਿੱਤਾ। ਬਹੁਤ ਸਾਰੇ ਡਾਊਟਸ ਜਿਹੜਾ ਤੁਸੀਂ ਕਲੀਅਰ ਕੀਤੇ ਨੇ, ਇੱਕ ਇੱਕ ਕੁਐਸਚਨ ਦਾ ਆਨਸਰ ਜਿਹੜਾ ਤੁਸੀਂ ਡਿਟੇਲ ਦੇ ਵਿੱਚ ਦਿੱਤਾ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ, ਤੇ ਆਸ ਕਰਦੇ ਹਾਂ ਜਦੋਂ ਵੀ ਤੁਹਾਨੂੰ ਅੱਗੇ ਤੋਂ ਬੁਲਾਇਆ ਜਾਏਗਾ ਤੁਸੀਂ ਜ਼ਰੂਰ ਆਓਗੇ ਜੀ। ਬੜਾ ਵਧੀਆ ਲੱਗਿਆ ਆਪ ਜੀ ਨਾਲ ਮਿਲ ਕੇ ਸਾਨੂੰ, ਤੇ ਬਹੁਤ ਹੀ ਕੁਝ ਸਿੱਖਿਆ ਅੱਜ ਅਸੀਂ ਕਿ ਅਸੀਂ ਕੀ ਆਪਸ਼ਨਸ ਲੈ ਸਕਦੇ ਹਾਂ, ਕਿਉਂਕਿ ਕਈਆਂ ਨੂੰ ਨਹੀਂ ਪਤਾ ਸੀ। ਸਾਰਿਆਂ ਨੇ ਆਪਣੇ ਆਪਣੇ ਡਾਊਟਸ ਕਲੀਅਰ ਕੀਤੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਆਪ ਜੀ ਦਾ। ਸੋ ਅੱਜ ਦੇ ਕੈਂਪ ਦੀ ਸਮਾਪਤੀ ਇੱਥੇ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ठीक है धन्यवाद मैम।